ਹਰ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਪੁਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਏਕੰਕਾਰਾ ਸਤਿਗੁਰੂ, ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬ ਤੁਫੰਗ ਕੋ ਗਹੇ ਚਲਾਵੈਂ, ਮਾਰ ਲੱਛ ਕੋ ਤਰੈ ਗਿਰਾਵੈਂ। ਮੁੰਗਰੀ ਗਹਿ ਭਾਰੀ ਕੋ ਵੈ ਰਹੈਂ, ਅਨਕ ਵਾਰ ਬਾਹਨ ਤੇ ਪ੍ਰੇ ਰਹੈਂ। ਕਬ ਤੁਫੰਗ ਕੋ ਗਹੇ ਚਲਾਵੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ, ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ, ਸ਼ਬਦਾ ਅਵਤਾਰ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਰਾਜ ਸਤਿਗੁਰਾਂ ਦੇ ਵਰਸਾਏ ਬਖਸ਼ਿਸ਼ ਪ੍ਰਾਪਤ ਪਾਵਨ ਗੁਰ ਅਸਥਾਨ ਵਿਖੇ ਦਿਨ ਦੇ ਚੌਥੇ ਪਹਿਰ ਸੱਜੇ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰ ਕੀਤੇ ਹਨ। ਬੜੇ ਪਿਆਰ ਦੇ ਨਾਲ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗੀ ਸਿੰਘਾਂ ਪਾਸੋਂ ਆਪ ਜੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੋ ਸਾਧ ਸੰਗਤ, ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਨ ਦਾ। ਜੋ ਪਾਵਨ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਮਹਾਕਵੀ ਸੰਤੋਖ ਸਿੰਘ ਜੀ ਚੂੜਾਮਣੀ ਲਿਖਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਸੋ ਕਿ ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਸੁੰਦਰ ਸ਼ਸਤਰ ਭੇਟਾ ਕਰਦੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਜਿੱਥੇ ਗਰੀਬ ਨਵਾਜ਼ ਦੇ ਰੂਪ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਮਾਣ ਬਖਸ਼ਦੇ ਨੇ, ਗਰੀਬਾਂ ਨੂੰ ਮਾਣ ਬਖਸ਼ਦੇ ਨੇ, ਉੱਥੇ ਸ਼ਸਤਰਾਂ ਦਾ ਅਭਿਆਸ ਕੀਤਾ ਜਾਂਦਾ ਹੈ। ਤੀਰ ਕਿਵੇਂ ਚਲਾਉਣੇ ਨੇ, ਨੇਜਾ ਕਿਵੇਂ ਵਰਤਣਾ ਹੈ, ਬੰਦੂਕ ਕਿਵੇਂ ਚਲਾਉਣੀ ਹੈ, ਤਲਵਾਰ ਕਿਵੇਂ ਕਰਨੀ ਚਲਾਉਣੀ ਹੈ, ਇਸ ਤਰ੍ਹਾਂ ਸ਼ਿਕਾਰ ਖੇਡਦਿਆਂ ਖੇਡਦਿਆਂ ਅਭਿਆਸ ਕਰਾਉਂਦੇ ਨੇ।
ਨਾਲ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਵੀ ਇਹਨਾਂ ਸ਼ਸਤਰਾਂ ਦਾ ਸੁੰਦਰ ਅਭਿਆਸ ਕਰਿਆ ਕਰਦੇ ਨੇ। ਮਹਾਂਕਵੀ ਜੀ ਨੇ ਜਿੱਥੇ ਬਹੁਤ ਸੁੰਦਰ ਢੰਗ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਵੀ ਉਪਮਾ ਤੇ ਵਡਿਆਈ ਬਿਆਨ ਕੀਤੀ ਕਿ ਸਤਿਗੁਰਾਂ ਦਾ ਡੀਲ ਡੋਲ ਸਰੂਪ ਜਿਹੜਾ ਸੀ ਉਸ ਸਮੇਂ ਦੇ ਜਿੰਨੇ ਵੀ ਮਨੁੱਖ ਨੇ ਉਹਨਾਂ ਨਾਲੋਂ ਸਭ ਤੋਂ ਉੱਚਾ, ਸਭ ਤੋਂ ਮਹਾਨ ਹੈ। ਜਿਹੜਾ ਕੋਈ ਸਤਿਗੁਰੂ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਦੇ ਦੀਦਾਰ ਕਰਦਾ ਹੈ ਉਹ ਵਾਰਨੇ ਜਾਂਦਾ ਹੈ, ਬਲਿਹਾਰਨੇ ਜਾਂਦਾ ਹੈ। ਇੱਕ ਸਾਲ ਵਿੱਚ ਜਿਹੜਾ ਸ਼ਸਤਰ ਸਤਿਗੁਰੂ ਪਾਤਸ਼ਾਹ ਤੀਰ ਦਾ ਚਲਾਉਂਦੇ ਨੇ ਉਹਨੂੰ ਖਿੱਚਣ ਲੱਗਿਆਂ ਜਿੰਨੇ ਟਾਂਕ ਦਾ ਜ਼ੋਰ ਲੱਗਦਾ ਹੈ, ਪ੍ਰੈਸ਼ਰ ਪੈਂਦਾ ਹੈ, ਅਗਲੇ ਸਾਲ ਵਿੱਚ ਉਸ ਤੋਂ ਦੂਣੀ ਤਾਕਤ ਵਾਲਾ, ਉਸ ਤੋਂ ਵੱਡਾ ਮਜ਼ਬੂਤ ਜਿਹੜਾ ਧਨੁੱਖ ਸਤਿਗੁਰੂ ਹੋਰ ਤਿਆਰ ਕਰਾ ਲੈਂਦੇ ਨੇ। ਇਸੇ ਤਰ੍ਹਾਂ ਜੰਗੀ ਤੀਰ ਚੌੜੇ ਚੌੜੇ ਇਹ ਤਿਆਰ ਕਰਾਉਂਦੇ ਹੈ। ਇਹਨਾਂ ਦਾ ਨਿਸ਼ਾਨਾ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਗਾਉਂਦੇ ਨੇ। ਜਿਵੇਂ ਸ਼ਸਤਰਾਂ ਦਾ ਅਭਿਆਸ ਕਰਦੇ ਨੇ ਤੇ ਸੰਗਤਾਂ ਉਹਨਾਂ ਦਾ ਜਸ ਗਾਉਂਦੀਆਂ ਨੇ। ਗੁਰੂ ਕੀ ਨਗਰੀ ਦੇ ਵਿੱਚ ਜਿਵੇਂ ਇਹ ਇਤਿਹਾਸ ਦੇ ਪ੍ਰਸੰਗ ਅੱਗੇ ਵਰਤਦੇ ਨੇ, ਆਓ ਪਿਆਰ ਨਾਲ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜੀ ਹੋਈ ਸਾਰੀ ਸੰਗਤ ਅਤੇ ਟੀਵੀ ਅਤੇ ਮੀਡੀਆ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਹਾਜ਼ਰੀ ਲਵਾ ਰਹੀ ਸਾਰੀ ਸੰਗਤ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਉਂਦਿਆਂ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬ ਤਫੰਗ ਕੋ ਗਹੇ ਚਲਾਵੈਂ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਆਖੀਏ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਨ ਸਤਿਗੁਰੂ ਜਿਨ੍ਹਾਂ ਦੀ ਉਪਮਾ, ਜਿਨ੍ਹਾਂ ਦੀ ਵਡਿਆਈ ਭਾਈ ਗੁਰਦਾਸ ਜੀ ਨੇ ਕੀਤੀ। 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ। ਹੁਣ ਭਾਰੀ ਗੁਰੂ ਦੇ ਜਿਹੜੇ ਕੌਤਕ ਨੇ, ਜਿੱਥੇ ਸ਼ਸਤਰ ਚਲਾਉਂਦੇ ਐ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਈ ਵਾਰ ਜਿੱਥੇ ਤੀਰਾਂ ਦੇ ਨਾਲ ਨਿਸ਼ਾਨੇ ਫੁੰਡਦੇ ਨੇ ਉੱਥੇ ਬੰਦੂਕ ਨੂੰ ਹੱਥ ਵਿੱਚ ਪਕੜ ਕੇ ਜਦੋਂ ਚਲਾਉਂਦੇ ਹਨ, ਮਾਰ ਲੱਛ ਕੋ ਤਰੈ ਗਿਰਾਵੈਂ। ਜਿਹੜੀ ਥਾਂ ਤੇ ਨਿਸ਼ਾਨਾ ਲਾ ਦਿੰਦੇ ਨੇ ਨਾ, ਉਹ ਲੱਛ ਭੇਦ ਕਰਕੇ ਉਸ ਚੀਜ਼ ਨੂੰ ਧਰਤੀ ਤੇ ਡੇਗ ਲੈਂਦੇ ਨੇ। ਇਦਾਂ ਦਾ ਨਿਸ਼ਾਨਾ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਦਾ ਨਿਸ਼ਾਨਾ ਅਚੁੱਕ ਹੈ, ਜਿਹੜਾ ਕਦੀ ਵੀ ਫਿਰਦਾ ਨਹੀਂ ਹੈ। ਮੁੰਗਰੀ ਗਹਿ ਭਾਰੀ ਕੋ ਫੇਰ ਹੈ। ਫਿਰ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਹੱਥ ਵਿੱਚ ਮੁੰਗਰੀ ਪਕੜ ਕੇ, ਇਹ ਮੁਗਦਲ ਇੱਕ ਖਾਸ ਪ੍ਰਕਾਰ ਦਾ ਉਹ ਭਾਰ ਹੋਇਆ ਕਰਦਾ ਹੈ ਲੱਕੜ ਦਾ, ਜਿਹੜਾ ਆਮ ਤੌਰ ਤੇ ਪਹਿਲਵਾਨ ਆਪਣੇ ਹੱਥ ਵਿੱਚ ਪਕੜ ਕਰਕੇ ਭਾਰ ਕਰਿਆ ਕਰਦੇ ਨੇ, ਉਹਨੂੰ ਹੱਥਾਂ ਵਿੱਚ ਘੁਮਾਉਂਦੇ ਨੇ। ਤੇ ਪਹਿਲਵਾਨ ਜਿਵੇਂ ਸਰੀਰ ਦੀ ਵਰਜਿਸ਼ ਕਰਨ ਲੱਗਿਆ ਹੱਥਾਂ ਵਿੱਚ ਪਕੜ ਕੇ ਉਹ ਭਾਰ ਲੱਕੜ ਦਾ ਵੱਡਾ ਮੁਦਗਰ ਜਿਹੜਾ ਪਕੜ ਕਰਕੇ ਘੁਮਾਉਂਦੇ ਨੇ, ਇਦਾਂ ਇਹ ਮੁੰਗਲੀ, ਇਹ ਮੁਦਗਰ ਬਹੁਤ ਭਾਰੀ ਸਤਿਗੁਰੂ ਪਾਤਸ਼ਾਹ ਆਪਣੇ ਹੱਥ ਵਿੱਚ ਪਕੜ ਕਰਕੇ ਇਹਨੂੰ ਵੀ ਘੁਮਾ ਕਰਕੇ ਵਰਜਿਸ਼ ਕਰਦੇ ਹਨ। ਅਨਕ ਵਾਰ ਬਾਹਨ ਤੇ ਪ੍ਰੇ ਰਹੇ। ਤੇ ਬਾਹਾਂ ਨਾਲ ਘੁਮਾ ਘੁਮਾ ਕੇ ਫੇਰਦੇ ਨੇ। ਇਸ ਤਰ੍ਹਾਂ ਕਰਕੇ ਇਸ ਭਾਰ ਨੂੰ ਚੁੱਕ ਕਰਕੇ ਵਰਜਿਸ਼ ਕਰਿਆ ਕਰਦੇ ਹਨ। ਸਰਬ ਨਰਨ ਤੇ ਢੀਲ ਬਡੇਰੋ। ਉਸ ਸਮੇਂ ਦੇ ਵਿੱਚ ਜਿੰਨੇ ਵੀ ਕਿਸੇ ਨੇ ਕੋਈ ਮਨੁੱਖ ਵੇਖੇ ਹੋਣਗੇ ਨਾ ਸੰਗਤ ਜੀ, ਉਹਨਾਂ ਸਾਰਿਆਂ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੀਰ ਹੈ ਉਹ ਡੀਲ ਡੋਲ ਜਿਹੜਾ ਹੈ ਉਹ ਸਾਰਿਆਂ ਨਾਲੋਂ ਵੱਡਾ ਨਜ਼ਰ ਆਉਂਦਾ ਹੈ। ਮੈਂ ਸਮ ਅਪਰ ਕਹੂੰ ਕਿਤ ਹੇਰੋ। ਕਿਸੇ ਨੇ ਵੀ ਉਹਨਾਂ ਦੇ ਬਰਾਬਰ ਦਾ ਨਾ ਤੇ ਵੈਸੇ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ। ਗੁਰੂ ਦੀ ਤੁਲਨਾ ਗੁਰੂ ਨਾਲ ਹੀ ਕੀਤੀ ਜਾ ਸਕਦੀ, ਕਿਸੇ ਮਨੁੱਖ ਨਾਲ ਨਹੀਂ ਕੀਤੀ ਜਾ ਸਕਦੀ। ਪਰ ਇਹ ਵੀ ਸੱਚ ਹੈ ਕਿ ਉਸ ਸਮੇਂ ਦੇ ਅੰਦਰ ਕੋਈ ਵੀ ਮਨੁੱਖ ਐਸਾ ਨਹੀਂ ਸੀ ਜਿਹੜਾ ਗੁਰੂ ਸਾਹਿਬ ਵਰਗਾ ਡੀਲ ਡੋਲ ਕਿਸੇ ਦਾ ਨਜ਼ਰ ਆਉਂਦਾ ਹੋਵੇ। ਨਾ ਉਹ ਤੁਰਕਾਂ ਵਿੱਚ ਸੀ, ਨਾ ਕੋਈ ਸਿੱਖਾਂ ਵਿੱਚ ਨਜ਼ਰ ਆਉਂਦਾ ਸੀ। ਭਾਵ ਕਿਸੇ ਵਿੱਚ ਵੀ ਐਡਾ ਉੱਚਾ ਲੰਮਾ ਕੱਦ, ਇੰਨਾ ਵੱਡਾ ਸਰੀਰ ਜਿਹੜਾ ਸੀ, ਇੰਨਾ ਬਲਵਾਨ ਸਰੀਰ ਛੇਵੇਂ ਪਾਤਸ਼ਾਹ ਵਰਗਾ ਕਿਸੇ ਦਾ ਨਜ਼ਰ ਨਹੀਂ ਆਉਂਦਾ ਸੀ। ਪੁਜਾ ਜੰਗ ਆਦਿਕ ਅੰਗ ਆਵੈ। ਸਤਿਗੁਰੂ ਪਾਤਸ਼ਾਹ ਦੇ ਡੌਲੇ, ਉਹਨਾਂ ਦੀਆਂ ਬਾਹਾਂ, ਉਹਨਾਂ ਦੀਆਂ ਲੱਤਾਂ ਆਦਿਕ ਜਿੰਨੇ ਵੀ ਸੁੰਦਰ ਅੰਗ ਹਨ, ਕਰੈ ਸਰਾਹਨ ਮਿਲੈ ਨਿਹਾਰੇ। ਜੇ ਕੋਈ ਸਿੱਖ ਉਹਨਾਂ ਦੇ ਦਰਸ਼ਨ ਕਰਦਾ ਹੈ ਨਾ ਤੇ ਉਹ ਵਾਹ ਵਾਹ ਕਰਕੇ ਉਹਨਾਂ ਦੀ ਸ਼ੋਭਾ ਹੀ ਕਰੀ ਜਾਂਦਾ ਹੈ, ਧੰਨ ਧੰਨ ਕਰਦਾ ਹੈ, ਰੂਪ ਨਿਹਾਰ ਕਰਕੇ ਬਾਰ-ਬਾਰ ਸਤਿਗੁਰੂ ਪਾਤਸ਼ਾਹ ਦੀ ਉਪਮਾ ਕਰਦਾ ਹੈ ਕਿ ਧੰਨ ਹਨ ਸ੍ਰੀ ਗੁਰੂ
ਹਰਗੋਬਿੰਦ ਸਾਹਿਬ ਜੀ। ਦੂਰ ਦੂਰ ਕੇ ਮਾਨਵ ਆਵੈ, ਦੂਰ ਦੂਰ ਤੋਂ, ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਮਨੁੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਚੱਕ ਰਾਮਦਾਸਪੁਰ ਚੱਲ ਕੇ ਆਉਂਦੇ ਹਨ। ਕਰ ਦਰਸ਼ਨ ਮਨ ਬਾਂਛਤ ਪਾਵੈ। ਜਿਹੜਾ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰ ਲੈਂਦਾ ਹੈ ਨਾ ਸੰਗਤ ਜੀ, ਉਹਨੂੰ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਗੁਰੂ ਦੀ ਵਡਿਆਈ ਹੈ। ਜਿਹਨੇ ਗੁਰੂ ਦੇ ਦਰਸ਼ਨ ਕਰ ਲਏ ਨੇ ਉਹਦੇ ਤੇ ਜਨਮ ਮਰਨ ਦੇ ਦੁੱਖ ਵੀ ਕੱਟੇ ਜਾਂਦੇ ਨੇ। ਇਹ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੀ ਵਡਿਆਈ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਰ ਚਰਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਇਹ ਗੁਰੂ ਕੇ ਦਰਸ਼ਨਾਂ ਦਾ ਵੱਡਾ ਫਲ ਮਿਲਦਾ ਹੈ ਜਿਹੜਾ ਦਰਸ਼ਨ ਕਰਦਾ ਹੈ। ਵੇਖ ਸਰੂਪ ਕੋ ਮਨ ਬਿਰਬਾਵੈ। ਸਤਿਗੁਰਾਂ ਦਾ ਦਰਸ਼ਨ ਕਰਕੇ ਮਨ ਵਿਸਮਾਦ ਵਿੱਚ ਚਲਿਆ ਜਾਂਦਾ, ਹੈਰਾਨ ਹੋ ਜਾਂਦਾ ਇਹੋ ਜਿਹੇ ਰੂਪ ਨੂੰ ਦੇਖ ਕੇ ਜਿਹੜਾ ਸੋਚ ਤੋਂ ਪਰੇ ਹੈ, ਬਿਆਨ ਤੋਂ ਪਰੇ ਹੈ। ਇੰਨਾ ਸੁੰਦਰ, ਇੰਨਾ ਮਹਾਨ ਸਰੂਪ ਹੈ ਭਾਰੀ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ। ਮਿਲ ਆਪਸ ਮੈਂ ਕਹਿ ਸੁਣਾਵੈ। ਤੇ ਸਿੱਖ ਆਪਸ ਵਿੱਚ ਮਿਲ ਕੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਅਵਨੀ ਪਰ ਸਰੀਰ ਨਰ ਕੋਈ। ਕਹਿੰਦੇ ਇਸ ਧਰਤੀ ਦੇ ਉੱਪਰ ਕੋਈ ਵੀ ਗੁਰੂ ਹਰਗੋਬਿੰਦ ਸਾਹਿਬ ਵਰਗਾ ਕਿਸੇ ਨੇ ਸਰੀਰ ਨਹੀਂ ਧਾਰਿਆ ਹੈ। ਅਬ ਤੋ ਨੈਣਾ ਭਵਿੱਖ ਨਾ ਹੋਈ। ਕਹਿੰਦੇ ਅਜੇ ਤੱਕ ਤੇ ਕੋਈ ਨਹੀਂ ਹੈ ਤੇ ਭਵਿੱਖ ਵਿੱਚ ਕੋਈ ਆਸ ਨਹੀਂ ਕੀਤੀ ਜਾ ਸਕਦੀ ਕਿ ਇਹੋ ਜਿਹਾ ਕੋਈ ਹੋਰ ਵੀ ਹੋਵੇਗਾ। ਆਜੁਰ ਧਰਨ ਉਚਿਤ ਬਲ ਭਾਰੇ। ਜਿੱਥੇ ਸਤਿਗੁਰਾਂ ਨੇ ਵੱਡੇ ਸ਼ਸਤਰ ਪਕੜੇ ਹੋਏ ਨੇ, ਇਹ ਅਸਲ ਵਿੱਚ ਸਤਿਗੁਰਾਂ ਨੂੰ ਹੀ ਸ਼ੋਭਦੇ ਨੇ। ਜਿੰਨਾ ਉਹਨਾਂ ਦੀਆਂ ਬਾਹਾਂ ਵਿੱਚ ਬਲ ਹੈ, ਉਹਨਾਂ ਦੇ ਸਰੀਰ ਵਿੱਚ ਤਾਕਤ ਹੈ, ਇਸ ਤਾਕਤ ਦੇ ਅਨੁਸਾਰ ਵੱਡੇ ਸ਼ਸਤਰ ਸਤਿਗੁਰਾਂ ਨੇ ਪਕੜੇ ਹਨ। ਰਣ ਮੈਂ ਰਸੈਂਜ ਸ਼ਸਤਰ ਪ੍ਰਹਾਰੇ। ਜੰਗ ਦੇ ਮੈਦਾਨ ਦੇ ਵਿੱਚ ਕਿਤੇ ਇਹ ਵੀਰ ਰਸ ਧਾਰਨ ਕਰਕੇ ਨਾ ਸ਼ਸਤਰਾਂ ਦਾ ਵਾਰ ਕਰਦੇ ਨਾ, ਤੇ ਸੱਚ ਇਹ ਹੈ ਕਿ ਕੋਈ ਵੀ ਜ਼ਾਲਮ ਇਹਨਾਂ ਦੇ ਸਾਹਮਣੇ ਟਿਕ ਨਹੀਂ ਸਕਦਾ। ਉਹ ਅਸ਼ਤਰ ਕਰੇ ਨਾ ਤਰਾਸਾ। ਜੰਗ ਦੇ ਮੈਦਾਨ 'ਚ ਗੁਰੂ ਸਾਹਿਬ ਗਏ ਹੋਣ, ਸ਼ਸਤਰ ਉਹਨਾਂ ਦੇ ਹੱਥ ਵਿੱਚ ਹੋਣ, ਕਿਹੜਾ ਇਹੋ ਜਿਹਾ ਸ਼ਤਰੂ ਹੈ ਜਿਹੜਾ ਸਤਿਗੁਰਾਂ ਦਾ ਸਰੂਪ ਵੇਖ ਕਰਕੇ ਹੀ ਉਸ ਪਾਪੀ ਦੇ ਮਨ ਵਿੱਚ ਡਰ ਨਾ ਪੈਦਾ ਹੋਵੇ। ਮਨੇ ਮੁਸ਼ਟ ਤੇ ਕਰੇ ਬਿਨਾਸ਼ਾ। ਇੰਨਾ ਬਲ ਹੈ, ਜੇ ਕਿਸੇ ਦੇ ਸਿਰ ਦੇ ਉੱਪਰ ਖਿੱਚ ਕੇ ਕਿਤੇ ਮੁੱਕਾ ਮਾਰ ਦੇਣਾ, ਇਹ ਮੁੱਕੀ ਮਾਰ ਦੇਣ, ਕਿਸੇ ਦੇ ਸਿਰ ਤੇ ਹੱਥ ਇਕੱਠਾ ਕਰਕੇ, ਉਂਗਲੀਆਂ ਇਕੱਠੀਆਂ ਕਰਕੇ ਮੁੱਕੀ ਬਣਾ ਕੇ ਮਾਰ ਦੇਣ, ਤੇ ਉਸ ਮੁੱਕੀ ਨਾਲ ਹੀ ਕਿਸੇ ਬੰਦੇ ਦੇ ਪ੍ਰਾਣ ਲੈ ਸਕਦੇ ਨੇ, ਉਹਦਾ ਨਾਸ਼ ਕਰ ਸਕਦੇ ਹਨ। ਸੁਣੀ ਕਥਾ ਦਵਾਪਰ ਮੈਂ ਭਏ। ਜਿਵੇਂ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਨਾ ਕਿ ਜਿਵੇਂ ਗੰਢੇ ਨੂੰ ਭੰਨ ਕੇ ਕਿਹਾ ਸੀ, ਜਿਵੇਂ ਅਸੀਂ ਗੰਢੇ ਨੂੰ ਭੰਨਿਆ ਤੇ ਇਵੇਂ ਵੈਰੀਆਂ ਦਾ ਸਿਰ ਭੰਨੇਗਾ, ਤੇ ਜਿਵੇਂ ਇਸ ਗੰਢੇ ਚੋਂ ਗਿਟਕ ਨਿਕਲੀ ਹੈ ਵੈਰੀਆਂ ਦੇ ਦਲ ਵਿੱਚੋਂ ਨਿਕਲ ਜਾਵੇਗਾ। ਇਹ ਪ੍ਰਤਾਖੀ ਹੁਣ ਸੱਚਮੁੱਚ ਨਜ਼ਰ ਆਉਂਦਾ ਹੈ। ਤੇ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਆਮ ਤੌਰ ਤੇ ਕਹਿੰਦੇ ਦੁਆਪਰ ਦੇ ਯੁੱਗ ਦੇ ਵਿੱਚ ਜੋ ਹਿੰਦੂ ਮਿਥਿਓਲੋਜੀ ਦੇ ਅਨੁਸਾਰ ਸਮੇਂ ਦੀ 4 ਤਰੀਕੇ ਨਾਲ ਵੰਡ ਕੀਤੀ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਉਹਦਾ ਹਵਾਲਾ ਕਵੀ ਜੀ ਦਿੰਦੇ ਨੇ ਕਿ ਕੁਝ ਲੋਕ ਇਦਾਂ ਦੀ ਗੱਲਾਂ ਕਰਦੇ ਨੇ ਕਿ ਦੁਆਪਰ ਦੇ ਵਿੱਚ ਇੱਕ ਜ਼ਿਕਰ ਜਿਹੜਾ ਸੀ ਕਈਆਂ ਨੇ ਸੁਣਿਆ ਸੀ, ਪਾਂਡਵ ਪੰਚ ਮਹਾਬਲ ਭਏ। ਕਿ ਪਾਂਡਵ ਜਿਹੜੇ ਸੀ 5 ਭਰਾ ਸੀ, ਬੜੇ ਬਲੀ, ਬੜੇ ਯੋਧੇ ਹੋਏ ਸਨ। ਉਤੇ ਸਮੇਤ ਸਿਨਰ ਜੋ ਪਰਮਾਨੇ। ਕਿ ਉਹਨਾਂ ਸਮਿਆਂ ਦੇ ਵਿੱਚ ਜੋ ਆਲੇ ਦੁਆਲੇ ਉਹਨਾਂ ਦੇ ਲੋਕ ਕੋਈ ਹੋਰ ਨਜ਼ਰ ਆਉਂਦੇ ਸਨ। ਉਸ ਸਮੇਂ ਦੇ ਜਿੰਨੇ ਲੋਕ ਸੀ ਉਹਨਾਂ ਦੇ ਸਮੇਂ ਵਿੱਚ ਤਿੰਨ ਤੇ ਸਵਾ ਗਲਿਸ਼ਤ ਮਹਾਨੇ। ਕਹਿੰਦੇ ਅੰਦਾਜ਼ਾ ਲਾਇਆ ਜਾਂਦਾ ਨੇ ਕਿ ਉਸ ਆਲੇ ਦੁਆਲੇ ਦੇ ਜਿਹੜੇ ਬੰਦੇ ਹੁੰਦੇ ਨੇ, ਬੰਦਾ ਕਹਿੰਦਾ ਉਹਨਾਂ ਤੋਂ ਇੰਨਾ ਕੁ ਬੰਦਾ ਹੋਰ ਵੱਡਾ ਹੈ, ਤੇ ਕਹਿਣ ਲੱਗੇ ਉਸ ਸਮੇਂ ਉਹ ਪਾਂਡਵ ਉਹਨਾਂ ਲੋਕਾਂ ਤੋਂ ਜਿਹੜੇ ਆਮ ਤੌਰ ਤੇ ਜਿਹੜੇ ਆਮ ਲੈਵਲ 'ਚ ਵੱਡੇ ਬੰਦੇ ਸੀ, ਉਹਨਾਂ ਤੋਂ ਸਵਾ ਗਿਲਸ਼ਟ, ਭਾਵ ਕਿ ਸਵਾ ਗਿੱਠ ਜਿਹੜੇ ਸੀ ਇਹ ਪਾਂਡਵ ਉਹਨਾਂ ਤੋਂ ਉੱਚੇ ਹੁੰਦੇ ਸਨ। ਪੰਚੋ ਭਰਾਤਾ ਡੀਲ ਵਡੇਰੇ। ਉਹ 5 ਭਰਾ ਵੱਡੇ ਸਰੀਰ ਵਾਲੇ, ਉਹ ਵੀ ਵੱਡੇ ਡੀਲ ਡੋਲ ਵਾਲੇ ਸਨ। ਜਿਨ ਕੋ ਬਲ ਕਹੀਅਤ ਬਹੁਤ ਤੇਰੇ। ਕਹਿੰਦੇ ਜਿਨ੍ਹਾਂ ਦੇ ਬਲ ਬਾਰੇ ਲੋਕ ਕਹਿੰਦੇ ਬੜਾ ਬਲ ਸੀ ਉਹਨਾਂ ਵਿੱਚ। ਇਸ ਸਮੇਂ ਜੋ ਨਰਨ ਪਰਮਾਨ। ਪਰ ਸੱਚ ਹੈ ਉਹ ਤੇ ਕੇਵਲ ਸੁਣਿਆ ਸੀ, ਪਰ ਪ੍ਰਤੱਖ ਤੌਰ ਤੇ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਾ ਹੈ, ਉਹ ਕਹਿੰਦਾ ਇਸ ਸਮੇਂ 'ਚ ਵੀ ਕਹਿੰਦੇ ਅਸੀਂ ਝਾਤ ਮਾਰ ਕੇ ਵੇਖਦੇ, ਜਿੰਨੇ ਵੀ ਮਨੁੱਖ ਨੇ ਪ੍ਰਮਾਣ ਰੂਪ ਵਿੱਚ ਅੰਦਾਜ਼ਾ ਲਾ ਕੇ ਜੇ ਵੇਖਿਆ ਜਾਵੇ। ਸ੍ਰੀ ਗੁਰ ਹਰਗੋਬਿੰਦ ਤਿਤੇ ਮਹਾਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਵਕਤ ਉਹਨਾਂ ਸਾਰਿਆਂ ਤੋਂ ਹੀ ਮਹਾਨ ਨੇ। ਉਹਨਾਂ ਸਾਰਿਆਂ ਤੋਂ ਕੱਦ ਵੀ ਉੱਚਾ ਹੈ, ਡੀਲ ਡੋਲ ਵੀ ਵੱਡਾ ਹੈ,
ਤੇ ਅਜੋਕੇ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਕਰੇ ਦਾ ਸਰੀਰ ਨਹੀਂ ਹੈ ਕਿਸੇ ਦੇ ਕੋਲ। ਇਹੋ ਢੀਲ ਸੁਸ਼ੀਲ ਵਿਸਾਲਾ, ਇਹੋ ਜਿਹਾ ਉੱਚਾ ਸਰੀਰ ਹੈ, ਸੁੰਦਰ ਸੁਭਾਅ ਹੈ, ਵੱਡੇ ਸਰੀਰ ਦੇ ਮਾਲਕ ਹਨ। ਨਹਿ ਪਈਅਤ ਜਗ ਮੈਂ ਇਸ ਕਾਲਾ, ਸਾਰੇ ਪਾਸੇ ਲੋਕ ਝਾਤ ਮਾਰ ਕੇ ਕਹਿੰਦੇ ਗੁਰੂ ਸਾਹਿਬ ਵਰਗਾ ਕੋਈ ਸਰੂਪ ਨਹੀਂ ਕਿਸੇ ਦਾ ਨਜ਼ਰ ਆਉਂਦਾ। ਅਜੋ ਸਰੀਰ ਵਧੇ ਬਹੁ ਬਰਖਨ, ਪਰ ਅਜੇ ਤੇ ਸਰੀਰਕ ਉਮਰ ਹੀ ਕਿੰਨੀ ਕੁ ਹੋਈ ਹੈ, ਅਜੇ ਤੇ ਹੋਰ ਵੀ ਕਈ ਸਾਲ ਤੱਕ ਇਸ ਸਰੀਰ ਨੇ ਅੱਗੇ ਵਧਣਾ ਹੈ। ਅਜੇ ਤੇ ਮਸਾਂ 12-13 ਸਾਲਾਂ ਦੇ ਵਰੇ ਦੀ ਆਰਬਲਾ ਹੈ ਤੇ ਅਜੇ ਤੇ ਸਰੀਰ ਨੇ ਹੋਰ ਅੱਗੇ ਵਧਣਾ ਹੈ। ਤੇ ਅਜੇ ਜੇ ਹੋਰ ਸਰੀਰ ਨੇ ਵਧਣਾ ਹੈ, ਇਸ ਉਮਰ ਦੇ ਵਿੱਚ ਏਡਾ ਬਲਵਾਨ ਅਗਰ ਸਰੀਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰੀਰ ਜਦੋਂ 20-22-25 ਸਾਲਾਂ ਤੱਕ ਆਰਬਲਾ ਪਹੁੰਚੇਗੀ, ਉਦੋਂ ਕਿੱਡੇ ਬਲਵਾਨ ਸਰੂਪ ਦੇ ਵਿੱਚ ਪ੍ਰਗਟ ਹੋਣਗੇ। ਇਸ ਤਰ੍ਹਾਂ ਲੋਕ ਗੱਲਾਂ ਕਰਦੇ ਹਨ। ਤਰਨ ਅਵਸਥਾ ਲਗ ਹੋਏ ਪਰਖਨ, ਜਦੋਂ ਇਹ ਜਵਾਨੀ ਦੀ ਪੂਰੀ ਅਵਸਥਾ ਹੋਏਗੀ, ਉਸ ਵਕਤ ਜਿਹੜਾ ਦਰਸ਼ਨ ਕਰੇਗਾ ਕਿੱਡਾ ਵੱਡਾ ਉਹ ਸਰੂਪ ਹੋ ਜਾਏਗਾ ਸਤਿਗੁਰਾਂ ਦਾ। ਦਰਸ਼ਨ ਕਰੈ ਜਾਏ ਜਿਸ ਦੇਸ਼, ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਜਿੱਥੇ ਆਲੇ ਦੁਆਲੇ ਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਵੀ ਵਿਚਰਦੇ ਹਨ, ਕੈ ਸੁਜਸ ਅਰ ਢੀਲ ਵਿਸ਼ੇਸ਼, ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨ ਕਰਕੇ ਸ਼ੋਭਾ ਕਰਦੀਆਂ ਨੇ। ਤੇ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਆ ਕੇ ਗੁਰੂ ਕੇ ਦਰਸ਼ਨ ਕਰਕੇ ਜਾਂਦੀਆਂ, ਜਿਹੜੇ ਵੀ ਦੇਸ਼ ਵਿੱਚ ਜਾਂਦੀਆਂ ਨੇ ਨਾ ਸੰਗਤਾਂ, ਸਾਧ ਸੰਗਤ, ਉੱਥੇ ਜਾ ਕੇ ਗੁਰੂ ਕਾ ਜਸ ਗਾਉਂਦੀਆਂ ਨੇ, ਵਡਿਆਈ ਕਰਦੀਆਂ ਨੇ, ਚਰਚਾ ਕਰਦੀਆਂ ਨੇ ਕਿ ਇਹਨਾਂ ਦਾ ਢੀਲ ਬਹੁਤ ਵਿਸ਼ੇਸ਼ ਹੈ। ਭਾਵ ਸਤਿਗੁਰਾਂ ਦਾ ਸਰੀਰ ਵਾਕਈ ਹੀ ਇਹ ਸਿਫਤ ਯੋਗ ਹੈ, ਸ਼ਲਾਘਾ ਯੋਗ ਹੈ। ਆਜੁਦ ਵਿਦਿਆ ਕੋ ਅਭਿਆਸ, ਗੁਰੂ ਨਗਰੀ ਵਿੱਚ 6ਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਜਿੱਥੇ ਯੁੱਧ ਵਿਦਿਆ ਦਾ ਅਭਿਆਸ ਕਰਦੇ ਹਨ। ਪਰਚੈ ਸਤਿਗੁਰ ਕਰੈ ਬਿਲਾਸ, ਇਸੇ ਤਰ੍ਹਾਂ ਅਨੇਕਾਂ ਬੜੇ ਕੌਤਕ ਕਰਦਿਆਂ ਸੰਗਤਾਂ ਨੂੰ ਸਿੱਖੀ ਨਾਲ ਜੋੜਦੇ ਹਨ। ਤੇਮੀ ਸੁਭਟ ਸੰਗ ਗਨ ਕਰੈ, ਜਿੱਥੇ ਨਿਰਾਲੇ ਕੌਤਕ ਕਰਦੇ ਨੇ, ਸ਼ਿਕਾਰ ਖੇਡਦੇ ਨੇ, ਸ਼ਸਤਰਾਂ ਦਾ ਅਭਿਆਸ ਕਰਦੇ ਨੇ, ਇਸੇ ਤਰ੍ਹਾਂ ਜਿਹੜੇ ਸੂਰਮੇ ਸਿੱਖ ਨੇ ਸਤਿਗੁਰਾਂ ਦੇ ਕੋਲ, ਉਹ ਵੀ ਇਸੇ ਤਰ੍ਹਾਂ ਸ਼ਸਤਰਾਂ ਦਾ ਨਿਤ ਗੁਰੂ ਸਾਹਿਬ ਦੇ ਨਾਲ ਹੋ ਕੇ ਅਭਿਆਸ ਕਰਦੇ ਹਨ। ਧਨੁਖ ਤਫੰਗਨ ਕੋ ਕਰ ਧਰੈ, ਆਪਣੇ ਹੱਥ ਵਿੱਚ ਧਨੁਖ ਬੰਦੂਕਾਂ ਫੜ ਕਰਕੇ ਇਹਨਾਂ ਦੇ ਨਾਲ ਨਿਸ਼ਾਨੇ ਲਾਉਂਦੇ ਨੇ, ਇਹਨਾਂ ਦਾ ਅਭਿਆਸ ਸਾਰੇ ਕਰਦੇ ਹਨ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਇਸ ਬਿਦ ਸਮੋ ਬਿਤਾਏ, ਇਸ ਤਰ੍ਹਾਂ ਸਾਧ ਸੰਗਤ ਸ਼ਸਤਰਾਂ ਦਾ ਅਭਿਆਸ ਕਰਦਿਆਂ ਸਿੱਖ ਸੰਗਤਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਾਉਂਦਿਆਂ, ਭਾਵ ਆਪ ਵੀ ਕਰਦੇ ਨੇ ਸ਼ਸਤਰ ਅਭਿਆਸ, ਸਿੱਖ ਸੰਗਤਾਂ ਨੂੰ ਵੀ ਕਰਾਉਂਦੇ ਨੇ। ਇਸ ਤਰ੍ਹਾਂ ਗੁਰੂ ਕੀ ਨਗਰੀ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਰ੍ਹਾਂ ਸਮਾਂ ਸਾਰਿਆਂ ਦਾ ਸਫਲ ਕਰ ਰਹੇ ਸਨ। ਭਰਿਓ ਮਹਾਬਲ ਦੇ ਮੈਂ ਦੀਰਘ ਢੀਲ ਸੁਹਾਏ, ਸਰੀਰ ਸਤਿਗੁਰਾਂ ਦਾ ਮਹਾਬਲੀ ਹੈ, ਉਹਨਾਂ ਦਾ ਸਰੂਪ ਵੱਡਾ ਢੀਲ ਡੋਲ ਬੜਾ ਸੁੰਦਰ ਨਿਖਰ ਕੇ ਆ ਰਿਹਾ ਹੈ। ਚੌਪਈ ਉਤ ਚੰਦੂ ਕੀ ਸੁਨੋ ਕਹਾਣੀ, ਇੱਧਰ ਸਾਧ ਸੰਗਤ ਜੀ ਮਾਂ ਕਵੀ ਜੀ ਕਹਿੰਦੇ ਫਿਰ ਚੰਦੂ ਪਾਪੂ ਦਾ ਵੀ ਉਹ ਜ਼ਿਕਰ ਕਹਿੰਦੇ ਕਰਨਾ ਹੈ, ਉਹ ਵੀ ਧਿਆਨ ਨਾਲ ਸੁਣਨਾ ਕਰੋ। ਮਹਾਪਾਤ ਕੀ ਮਤ ਉਰਹਾਨੀ, ਜਿਹੜਾ ਵੱਡਾ ਪਾਪੀ ਹੈ, ਜਿਹਦੀ ਮਤ ਜਿਹੜੀ ਹੈ, ਹਿਰਦਾ ਜਿਹੜਾ ਹੈ ਪਾਪਾਂ ਨਾਲ ਭਰਿਆ ਹੋਇਆ, ਵਿਕਾਰਾਂ ਦੇ ਵਿੱਚ ਜਿਹਦੀ ਮਤ ਜਿਹੜੀ ਹੈ ਨਸ਼ਟ ਹੋ ਚੁੱਕੀ ਹੈ। ਸ੍ਰੀ ਅਰਜਨ ਘਰ ਤਜਿਓ ਸਰੀਰ, ਜਿਹਦੇ ਘਰ ਦੇ ਵਿੱਚ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਭੱਟ ਸਾਹਿਬਾਨ ਕਹਿੰਦੇ ਨੇ ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਮਹਾਨ ਸਤਿਗੁਰਾਂ ਨੇ ਜਿਸ ਚੰਦੂ ਪਾਪੀ ਦੇ ਘਰ ਦੇ ਵਿੱਚ ਪਾਵਨ ਸਰੀਰ ਤਿਆਗ ਦਿੱਤਾ, ਦੇ ਕਰ ਦੋਸ਼ ਮੂੜ ਸਿਰ ਧੀਰ, ਉਸ ਮੂਰਖ ਪਾਪੀ ਦੇ ਸਿਰ ਦੇ ਉੱਪਰ ਧੀਰਜਵਾਨ ਸਤਿਗੁਰ ਪਾਤਸ਼ਾਹ ਨੇ ਇਹ ਸਿਰ ਦੇ ਕਰਕੇ ਇਹ ਦੋਸ਼ ਉਹਦੇ ਸਿਰ ਮੜ ਦਿੱਤਾ ਹੈ। ਔਰ ਮੈਂ ਡਰਪਤ ਦੁਸ਼ਟ ਮਹਾਨ, ਹੁਣ ਜਦੋਂ ਉਹਦੇ ਸਿਰ ਦੇ ਉੱਪਰ ਇਹ ਦੋਸ਼ ਲੱਗ ਚੁੱਕਿਆ ਹੋਇਆ ਹੈ, ਮਨ ਹੀ ਮਨ ਵਿੱਚ ਚੰਦੂ ਪਾਪੀ ਡਰਦਾ ਵੀ ਬੜਾ ਹੈ, ਕਿਉਂਕਿ ਡਰਦਾ ਉਹੀ ਹੈ ਸੋ ਡਰੈ ਜੇ ਪਾਪ ਕਮਾਵੰਦਾ, ਧਰਮੀ ਵਿਗਸਿਰ, ਧਰਮੀ ਬੰਦੇ ਨੂੰ ਕਾਹਦਾ ਡਰ। ਪਾਪੀ ਦੇ ਮਨ ਵਿੱਚ ਹਮੇਸ਼ਾ ਡਰ ਲੱਗਾ ਰਹਿੰਦਾ। ਪਾਪ ਤੇ ਕਮਾ ਬੈਠਾ ਸੀ, ਪਰ ਪਾਪ ਕਮਾਉਂਦਿਆਂ ਹੋਇਆਂ ਉਹ ਗੁਰੂ ਵਾਲੇ ਪਾਸੇ ਧਿਆਨ ਨਾ ਦੇ ਸਕਿਆ, ਪਰ ਪਾਪ ਕਰਨ ਤੋਂ ਬਾਅਦ ਵਿੱਚ ਹੁਣ ਉਹਦੇ ਮਨ ਵਿੱਚ ਨਿਤ ਡਰ ਬੈਠਾ ਰਹਿੰਦਾ ਹੈ, ਹਿਰਦੇ ਕਰਕੇ ਬੜਾ ਘਬਰਾਉਂਦਾ ਹੈ। ਇਮਨੈ ਬਿਦਤੈ ਬੀਚ ਜਹਾਨ, ਤੇ ਇਸ ਗੱਲ ਦਾ ਵੀ ਡਰ ਹੈ ਕਿ ਮੈਂ ਲੋਕਾਂ ਤੋਂ ਲੁਕਾ ਕੇ ਹਵੇਲੀ ਵਿੱਚ ਪਾਪ ਕਮਾਇਆ ਸੀ,
ਕਿਤੇ ਜਗਤ ਦੇ ਲੋਕਾਂ ਨੂੰ ਇਸ ਗੱਲ ਦਾ ਸਾਰੇ ਪਾਸੇ ਪਤਾ ਨਾ ਲੱਗ ਜੇ, ਮੇਰਾ ਪਾਪ ਪ੍ਰਗਟ ਨਾ ਹੋ ਜਾਏ ਕਿ ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਸ਼ਟ ਦਿੱਤੇ ਨੇ, ਤਸੀਹੇ ਦਿੱਤੇ ਨੇ, ਉਹਨਾਂ ਨੂੰ ਸ਼ਹੀਦ ਕੀਤਾ ਹੈ, ਇਹ ਗੱਲ ਜਗਤ ਵਿੱਚ ਪ੍ਰਗਟ ਨਾ ਹੋ ਜੇ। ਸ੍ਰੀ ਸਤਿਗੁਰ ਚੰਦੂ ਨੇ ਮਾਰੇ, ਕਿਤੇ ਇਹ ਗੱਲ ਪ੍ਰਗਟ ਨਾ ਹੋ ਜੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਚੰਦੂ ਪਾਪੀ ਨੇ ਇਸ ਤਰ੍ਹਾਂ ਪ੍ਰਤਾੜਨਾ ਕਰਕੇ, ਭਾਵ ਕਸ਼ਟ ਦੇ ਕਰਕੇ ਉਹਨਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਹੈ। ਛਵੀ ਰਹਿ ਨ ਹੋਏ ਉਘਾਰੇ, ਇਹ ਗੱਲ ਲੁਕੀ ਰਵੇ ਤੇ ਚੰਗੀ ਹੈ, ਕਿਤੇ ਜਗਤ ਵਿੱਚ ਪ੍ਰਗਟ ਨਾ ਹੋ ਜਾਵੇ। ਨੁਖਾ ਜਾਰ ਤਤ ਛਿਨ ਮੰਗ ਪਰਿਓ, ਇੱਧਰ ਇਹਦੀ ਜਿਹੜੀ ਨੂੰਹ ਹੈ ਉਹ ਵੀ ਉਸ ਵਕਤ ਜਿਹੜੀ ਸਿੱਖ ਦੇ ਪਰਿਵਾਰ ਦੀ ਬੱਚੀ ਸੀ। ਸਾਧ ਸੰਗਤ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ, ਜਿਨੇ ਸਤਿਗੁਰ ਪਾਤਸ਼ਾਹ ਦੇ ਇਸ ਦੁੱਖ ਨੂੰ ਨਾ ਸਹਾਰਦਿਆਂ ਹੋਇਆਂ ਪ੍ਰਾਣ ਤਿਆਗਣ ਦੀ ਇੱਛਾ ਪ੍ਰਗਟ ਕੀਤੀ, ਭਾਵ ਇਹ ਦੁੱਖ ਨਾ ਸਹਾਰ ਸਕੀ ਤੇ ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਗੁਰੂ ਚਰਨਾਂ ਵਿੱਚ ਅਭੇਦ ਹੋ ਗਈ ਸੀ। ਇੱਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਰੀਰਕ ਚੋਲਾ ਤਿਆਗਦੇ ਐ, ਉਧਰ ਚੰਦੂ ਦੀ ਨੂੰਹ ਜਿਹੜੀ ਹੈ ਗੁਰਸਿੱਖ ਪਰਿਵਾਰ ਦੀ ਬੱਚੀ ਹੋਣ ਕਰਕੇ, ਸਿੱਖ ਬੱਚੀ ਹੋਣ ਕਰਕੇ, ਗੁਰੂ ਚਰਨਾਂ ਦੇ ਵਿੱਚ ਆਪਣੀ ਸੁਰਤ ਟਿਕਾ ਕਰਕੇ ਉਹ ਵੀ ਆਪਣੇ ਪ੍ਰਾਣ ਜਿਹੜੇ ਸੀ ਤਿਆਗ ਦਿੰਦੀ ਹੈ। ਤੇ ਇਹਨੇ ਆਪਣੀ ਨੁਖਾ ਭਾਵ ਆਪਣੀ ਨੂੰਹ ਨੂੰ ਉਸ ਵਕਤ ਅੰਤਮ ਸੰਸਕਾਰ ਬੜੀ ਛੇਤੀ ਨਾਲ ਕੀਤਾ ਸੀ ਪਾਪੀ ਚੰਦੂ ਨੇ। ਦਿੱਲੀ ਸ਼ਾਹ ਨਿਕਟ ਚਿਤ ਧਰਿਓ, ਇਹ ਛੇਤੀ ਨਾਲ ਤਾਂ ਕਰਕੇ ਚਲੇ ਗਿਆ, ਦਿੱਲੀ ਵਾਲੇ ਪਾਸੇ ਨੂੰ ਰਵਾਨਾ ਹੋ ਗਿਆ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ, ਕਿਉਂਕਿ ਇੱਧਰ ਗੁਰੂ ਅਰਜਨ ਸਾਹਿਬ ਸ਼ਹੀਦ ਹੁੰਦੇ ਆ, ਘਰ ਆਉਂਦਾ ਏ, ਇਹਦੀ ਨੂੰਹ ਚੜ੍ਹਾਈ ਕਰ ਚੁੱਕੀ ਹੁੰਦੀ ਹੈ, ਇਸ ਕਰਕੇ ਜਲਦੀ ਜਲਦੀ ਅੰਤਮ ਸੰਸਕਾਰ ਕਰਦਾ ਏ ਤੇ ਛੇਤੀ ਨਾਲ ਚੱਲ ਕੇ ਦਿੱਲੀ ਵਾਲੇ ਪਾਸੇ ਨੂੰ ਜਾਣ ਦੀ ਤਿਆਰੀ ਕਰ ਲੈਂਦਾ ਸੀ ਇਹ ਪਾਪੀ। ਉਹ ਨਹਿ ਕਹੇ ਹਟਕ ਸਭ ਰਾਖੋ, ਕਹਿਣ ਲੱਗਾ ਕਿਤੇ ਕੋਈ ਜਾ ਕਰਕੇ ਜਹਾਂਗੀਰ ਦੇ ਕੰਨਾਂ ਵਿੱਚ ਇਹ ਸਾਰੀ ਖਬਰ ਨਾ ਪਹੁੰਚਾ ਦੇ ਕਿ ਜਿਵੇਂ ਜਿਵੇਂ ਮੈਂ ਕੀਤਾ, ਕਿਉਂਕਿ ਰਾਜਨੀਤਿਕ ਬੰਦਿਆਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਪਾਸਾ ਪਲਟ ਲੈਣਾ ਹੁੰਦਾ ਹੈ। ਇਸ ਕਰਕੇ ਸੋਚਦਾ ਹੈ ਕਿ ਉਹਦੇ ਲਾਗੇ ਚਾਗੇ ਕੋਈ ਵੀ ਬੰਦਾ ਬਾਦਸ਼ਾਹ ਨੂੰ ਜਾ ਕੇ ਸਾਰੀ ਗੱਲ ਨਾ ਦੱਸੇ ਤੇ ਮੈਂ ਸਾਰਿਆਂ ਨੂੰ ਜਾ ਕੇ ਰੋਕ ਕੇ ਰੱਖਾਂਗਾ। ਕਿਸ ਧਨ ਦੇ ਕਿਸ ਬਿਨਤੀ ਭਾਖੋਂ, ਕਿ ਸਾਰੇ ਪਾਸੇ ਮੇਰੀ ਗੱਲ ਨਾ ਫੈਲ ਜੇ, ਕਿਸੇ ਬਾਦਸ਼ਾਹ ਦੇ ਅਹਿਲਕਾਰ ਨੂੰ ਧਨ ਦੇ ਕੇ ਆਪਣੇ ਵੱਲ ਕਰਾਂਗਾ, ਕਿਸੇ ਨੂੰ ਤਰਲਾ ਬੇਨਤੀ ਕਰਕੇ ਆਪਣੇ ਵੱਲ ਕਰਾਂਗਾ। ਚਹਿਤ ਜੋ ਹਤਿਓ ਬਿਦਤ ਨਹਿ ਹੋਏ, ਕਿ ਜੋ ਕੁਝ ਹੋਇਆ ਹੈ ਇਹ ਜਿਹੜਾ ਜਗਤ ਦੇ ਵਿੱਚ ਪ੍ਰਗਟ ਨਾ ਹੋ ਜਾਵੇ ਕਿ ਗੁਰੂ ਸਾਹਿਬ ਨੂੰ ਇਸ ਤਰੀਕੇ ਨਾਲ ਮੇਰੇ ਕਰਕੇ ਸ਼ਹੀਦ ਕਰਨਾ ਪਿਆ। ਇਹ ਸ਼ਬਦ ਵੈਸੇ ਮਰਨਾ ਵਰਤਦਾ ਹੈ, ਪਰ ਆਪਾਂ ਸਤਿਗੁਰਾਂ ਵਾਸਤੇ ਸ਼ਬਦ ਸ਼ਹੀਦ ਵਰਤਦੇ ਹਾਂ ਕਿਉਂਕਿ ਉਹਨਾਂ ਦੀ ਇਹ ਸ਼ਹਾਦਤ ਸੀ, ਹੱਕ ਤੇ ਸੱਚ ਦੀ ਖਾਤਰ ਗੁਰਬਾਣੀ ਦੇ ਸਤਿਕਾਰ ਵਾਸਤੇ ਸ਼ਹੀਦ ਹੋਏ ਹਨ। ਸੋ ਇਹ ਕਹਿੰਦਾ ਹੈ, ਇਹਨੇ ਪਾਪੀ ਨੇ ਤੇ ਸ਼ਬਦ ਮਰਨਾ ਹੀ ਵਰਤਿਆ ਕਿ ਕਿਤੇ ਸਾਰੇ ਪਾਸੇ ਪ੍ਰਗਟ ਨਾ ਹੋ ਜਾਵੇ। ਭਇਓ ਜਤਨ ਕੇ ਤਤ ਪਰ ਸੋਏ, ਇਸ ਕਰਕੇ ਇਹ ਸਾਰੇ ਹੀਲੇ ਵਸੀਲੇ ਕਰਨ ਵਾਸਤੇ ਇਹ ਤਿਆਰੀ ਕਰਦਾ ਹੈ। ਅਨਕ ਭਾਂਤ ਚਿਤਵਤ ਮੰਗ ਜਾਤੇ, ਕਿ ਕਿਹੜਾ ਤਰੀਕਾ ਵਰਤਾਂ ਕਿ ਬਾਦਸ਼ਾਹ ਦੇ ਕੰਨਾਂ ਤੱਕ ਸਾਰੀ ਗੱਲ ਨਾ ਪਹੁੰਚੇ। ਇਹੋ ਜੀਆਂ ਸੋਚਾਂ ਸੋਚਦਾ ਸੋਚਦਾ ਦਿੱਲੀ ਵੱਲ ਜਾਂਦਾ ਹੈ ਚੰਦੂ ਪਾਪੀ। ਸੁਣ ਸਾਉ ਚਿਤ ਵੈ ਨਾ ਰਸਾਤੇ, ਕਿਤੇ ਬਾਦਸ਼ਾਹ ਮੇਰੇ ਵਾਲੇ ਸੁਣ ਕਰਕੇ ਕਿਸੇ ਪਾਸੋਂ ਕਿਤੇ ਗੁੱਸੇ ਨਾ ਹੋ ਜੇ, ਕ੍ਰੋਧ ਵਿੱਚ ਨਾ ਜੇ। ਹਾਲਾਂਕਿ ਬਾਦਸ਼ਾਹ ਜਹਾਂਗੀਰ ਬਾਰੇ ਉਹਦੀ ਤੁਜਕ ਕਹਿੰਦੀ ਹੈ ਕਿ ਉਹਨੇ ਆਪ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਾਸਤੇ ਚੰਦੂ ਪਾਪੀ ਦੇ ਹਵਾਲੇ ਕੀਤਾ ਸੀ, ਪਰ ਹੁਣ ਇਹ ਵੀ ਮਨ 'ਚ, ਕਿਉਂਕਿ ਰਾਜਨੀਤਿਕ ਬੰਦਿਆਂ ਦਾ ਕੋਈ ਭਰੋਸਾ ਨਹੀਂ, ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਪ੍ਰਭਾਵ ਵਿੱਚ ਕਈ ਵਾਰ ਆਪਣੇ ਆਪ ਦੇ ਸਿਰ ਨੂੰ ਦੋਸ਼ ਮੁਕਤ ਕਰਨ ਵਾਸਤੇ ਦੂਜੇ ਦੇ ਸਿਰ ਤੇ ਵੀ ਇਲਜ਼ਾਮ ਪਾ ਦਿਆ ਕਰਦੇ ਨੇ। ਇਸ ਕਰਕੇ ਦੇ ਮਨ ਵਿੱਚ ਡਰ ਵੀ ਹੈ ਕਿ ਕਿਤੇ ਬਾਦਸ਼ਾਹ ਨੂੰ ਸਾਰੀ ਗੱਲ ਕੋਈ ਦੱਸ ਨਾ ਦਵੇ, ਕਿਤੇ ਉਹ ਗੁੱਸਾ ਨਾ ਹੋ ਜਾਵੇ। ਪਹੁੰਚਿਓ ਪੁਰੀ ਸਦਨ ਤਬ ਗਇਓ, ਇਸ ਤਰ੍ਹਾਂ ਰਸਤੇ ਦਾ ਸਫ਼ਰ ਤੈਅ ਕਰਕੇ ਕਵੀ ਜੀ ਕਹਿੰਦੇ ਲਾਹੌਰ ਤੋਂ ਦਿੱਲੀ ਆਪਣੇ ਘਰ ਇਹ ਪਾਪੀ ਪਹੁੰਚ ਗਿਆ। ਕਲੇ ਸੁਤਾ ਦੇਖਤ ਦੁਖ ਭਇਓ, ਆਪਣੀ ਧੀ ਵਾਲੇ ਪਾਸੇ ਵੇਖ ਕਰਕੇ ਇਹ ਪਾਪੀ ਬੜਾ ਦੁਖੀ ਹੁੰਦਾ ਹੈ। ਜਿਸ ਹਿਤ ਪਾਪ ਕੀਨ ਬਹੁ ਤੇਰਾ, ਕਿ ਜਿਸ ਧੀ ਦੇ ਵਾਸਤੇ ਇਹਨੇ ਏਡਾ ਪਾਪ ਕੀਤਾ ਸੀ ਗੁਰੂ ਅਰਜਨ ਸਾਹਿਬ ਰਿਸ਼ਤਾ ਰਹਿਣ, ਇੱਕ ਤੇ ਇਹ ਕਾਰਨ, ਦੂਜੇ ਸ਼ਰਤਾਂ ਮਨਾਉਂਦਾ ਸੀ ਗੁਰਬਾਣੀ ਦੇ ਵਿੱਚ ਮੇਲ ਕਰ ਦਿੱਤਾ ਜਾਵੇ ਜੋ ਜਹਾਂਗੀਰ ਵੱਲੋਂ ਕਿਹਾ ਗਿਆ, ਧਰਮ ਬਦਲਣ ਦੀਆਂ ਗੱਲਾਂ ਕੀਤੀਆਂ ਗਿਆ, ਪਰ ਗੁਰੂ ਸਾਹਿਬ ਨੇ ਤੇ ਕੋਈ ਸ਼ਰਤ ਨਹੀਂ ਮੰਨੀ। ਇਹਦੀ ਤੇ ਕੇਵਲ ਇਤਨੀ ਚਾਹ ਸੀ ਕਿ ਇਹਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਆਪਣੇ ਪੁੱਤਰ ਵਾਸਤੇ ਪ੍ਰਵਾਨ ਕਰ ਲੈਣ, ਪਰ ਕਹਿੰਦੇ ਉਹ ਵੀ ਗੱਲ ਜਿਹੜੀ ਸੀ ਬਣੀ ਨਹੀਂ ਹੈ। ਤਉ ਨਾ ਤਿਸ ਕੋ ਸੁਖ ਕਿਮ ਹੀਰਾ, ਏਡੇ ਵੱਡੇ ਪਾਪ ਕੀਤੇ ਇਸ ਪਾਪੀ ਨੇ, ਕੰਮ ਬਣਿਆ ਨਹੀਂ।
ਇਸ ਕਰਕੇ ਇਹਨੂੰ ਹੁਣ ਪਾਪੀ ਨੂੰ ਸੁੱਖ ਨਹੀਂ ਹੈ, ਨਾ ਦਿਨੇ ਚੈਨ ਆਉਂਦਾ ਹੈ ਨਾ ਰਾਤ ਨੂੰ ਆਰਾਮ ਮਿਲਦਾ ਹੈ। ਜਹਾਂਗੀਰ ਕੇ ਤੀਰਜ ਜਾਏ। ਕਹਿੰਦੇ ਇਸ ਵਕਤ ਇਹ ਜਹਾਂਗੀਰ ਦੇ ਕੋਲ ਜਿਸ ਵਕਤ ਇਹ ਬਹਾਨਾ ਲੱਭ ਕਰਕੇ ਜਿਸ ਵਕਤ ਜਾਂਦਾ ਹੈ, ਸਭ ਸੋ ਮਿਲਿਓ ਪ੍ਰੇਮ ਉਪਜਾਏ। ਤੇ ਜਹਾਂਗੀਰ ਦੇ ਕੋਲ ਜਾਣ ਤੋਂ ਪਹਿਲਾਂ ਉਸ ਵਕਤ ਉਹਦੇ ਬਾਦਸ਼ਾਹ ਦੇ ਜਿਹੜੇ ਦਰਬਾਰੀ ਸੀ ਸੰਗਤ ਜੀ, ਜਿਹੜੇ ਬਾਦਸ਼ਾਹ ਦੇ ਨੇੜੇ ਤੇੜੇ ਰਹਿਣ ਵਾਲੇ ਅਹਿਲਕਾਰ, ਜਿਨ੍ਹਾਂ ਦਾ ਨਿਤ ਬਾਦਸ਼ਾਹ ਨਾਲ ਮਿਲਣਾ ਗਿਲਣਾ ਹੋਇਆ ਕਰਦਾ ਸੀ, ਉਹਨਾਂ ਨਾਲ ਬੜੇ ਪਿਆਰ ਨਾਲ ਮਿਲਦਾ। ਜੇ ਜਹਾਂਗੀਰ ਨਾਲ ਮਿਲਣਾ ਹੈ, ਪਰ ਜਹਾਂਗੀਰ ਨਾਲ ਮਿਲਣ ਤੋਂ ਪਹਿਲਾਂ ਜਹਾਂਗੀਰ ਦੇ ਨੇੜੇ ਰਹਿਣ ਵਾਲੇ ਜਿਹੜੇ ਅਹਿਲਕਾਰ ਨੇ, ਉਹਨਾਂ ਨੂੰ ਆਪਣੇ ਵੱਲ ਕਰਨ ਵਾਸਤੇ ਬੜੇ ਪ੍ਰੇਮ ਨਾਲ, ਬੜੀ ਖੁਸ਼ੀ ਨਾਲ, ਜਿਵੇਂ ਉਹਨਾਂ ਦਾ ਬੜਾ ਹਿਤੂ ਹੋਵੇ, ਇਸ ਤਰ੍ਹਾਂ ਕਰਕੇ ਉਹਨਾਂ ਨੂੰ ਮਿਲਦਾ ਹੈ। ਬਹੁ ਮੋਲਾ ਕਿਸਹੂ ਪਟ ਦੇਤ। ਤੇ ਹੁਣ ਜਿਹੜੇ ਅਹਿਲਕਾਰ ਸੀ, ਕਿਸੇ ਨੂੰ ਬੜੇ ਕੀਮਤੀ ਵਸਤਰ ਆਦਿਕ ਭੇਟ ਕਰਦਾ ਹੈ। ਕਾਹੂ ਕੁਸ਼ਾਮਤ ਕਰ ਖੁਸ਼ਲੇਤ। ਤੇ ਕਈਆਂ ਨੂੰ ਚਾਪਲੂਸੀ ਕਰਕੇ, ਖੁਸ਼ਾਮਦ ਕਰਕੇ, ਐਵੇਂ ਕਿਸੇ ਨੂੰ ਹਵਾ ਜੀ ਦੇ ਵਿੱਚ ਲਿਆ ਕੇ ਤਾਰੀਫਾਂ ਕਰ ਕਰਕੇ ਖੁਸ਼ਾਮਦੀ ਭਾਵ ਵਿੱਚ ਕਈਆਂ ਨੂੰ ਇਸ ਤਰ੍ਹਾਂ ਆਪਣੇ ਵਸ ਵਿੱਚ ਕਰਦਾ। ਕਈਆਂ ਨੂੰ ਤੇ ਕੱਪੜੇ ਵਗੈਰਾ ਦੇ ਕੇ ਆਪਣੇ ਵਸ ਕਰ ਲਿਆ, ਧਨ ਦੇ ਕੇ। ਤੇ ਕਈ ਇਹੋ ਜਿਹੇ ਅਹਿਲਕਾਰ ਸੀ ਜਿਨ੍ਹਾਂ ਦੀ ਚਾਪਲੂਸੀ ਕਰਕੇ, ਖੁਸ਼ਾਮਦ ਕਰ ਕਰਕੇ ਉਹਨਾਂ ਨੂੰ ਆਪਣੇ ਵਸ ਕਰਦਾ ਹੈ। ਕਿਸੂ ਦਰਬ ਦੀਨ ਹਰ ਖਾਵੈ। ਕਿਸੇ ਨੂੰ ਧਨ ਦੇ ਕੇ ਖੁਸ਼ ਕਰਦਾ ਹੈ। ਫੇਰ ਘੇਰ ਤੇ ਬਾਤ ਜਨਾਵੈ। ਫਿਰ ਗੱਲਾਂ ਬਾਤਾਂ ਵਿੱਚ ਸਾਰਿਆਂ ਨੂੰ ਆਪਣੇ ਵੱਲ ਕਰਕੇ ਆਪਣੀ ਗੱਲ ਸਮਝਾਉਂਦਾ ਹੈ, ਦਾਉ ਪੇਚ ਬੜੇ ਵਰਤਦਾ ਹੈ। ਮਰਿਓ ਗੁਰੂ ਅਰਜਨ ਲਵਪੁਰ ਮੈਂ। ਕਹਿਣ ਲੱਗਾ ਗੁਰੂ ਅਰਜਨ ਸਾਹਿਬ ਮਹਾਰਾਜ ਅਗਰ ਚੜ੍ਹਾਈ ਕਰ ਗਏ ਨੇ, ਸ਼ਬਦ ਮਰਿਓ ਵਰਤਿਆ, ਆਪਾਂ ਕਹਿੰਦੇ ਚੜ੍ਹਾਈ ਕਰ ਗਏ, ਜੋਤੀ ਜੋਤ ਸਮਾ ਗਏ। ਕਹਿੰਦੇ ਉਹਨਾਂ ਦਾ ਲਾਹੌਰ ਦੇ ਵਿੱਚ ਇਸ ਤਰੀਕੇ ਦਾ ਕਾਰਨ ਜਿਹੜਾ ਬਣਿਆ ਹੈ, ਨਿਸਹਿਜਾ ਹੋਏ ਗਇਓ ਉਦਾਰ ਮੈਂ। ਜਿਹੜੇ ਪਾਪੀ ਨੇ ਸਤਿਗੁਰਾਂ ਨੂੰ ਭਿਆਨਕ ਕਸ਼ਟ ਦਿੱਤੇ ਨੇ, ਭੁੱਖਾ ਪਿਆਸਾ ਰੱਖਿਆ, ਨਾ ਸੌਣ ਦਿੱਤਾ, ਨਾ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਪਾਣੀ ਨਾ ਭੋਜਨ, 5 ਦਿਨ ਇਹ ਕਸ਼ਟ ਦਿੱਤੇ ਨੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੂੰ। ਤੇ ਤੱਤੀ ਤਵੀ ਤੇ ਵੀ ਬਿਠਾਇਆ, ਗਰਮ ਰੇਤਾ ਸੀਸ ਦੇ ਵਿੱਚ ਪਾਈ, ਦੇਗ ਵਿੱਚ ਉਬਾਲਾ ਦਿੱਤਾ। ਤੇ ਇਹ ਹੁਣ ਆਪਣਾ ਪਾਪ ਬਚਾਉਣ ਵਾਸਤੇ ਨਾ, ਆਪਣੇ ਆਪ ਦਾ ਸਿਰ, ਕਿ ਮੇਰੇ ਸਿਰ ਪਾਪ ਦਾ ਦੋਸ਼ ਨਾ ਲੱਗ ਜਾਏ, ਇਹ ਗੱਲ ਆਪਣੇ ਅਹਿਲਕਾਰ ਜਿਹੜੇ ਚੰਦੂ ਉਸ ਵਕਤ ਜਹਾਂਗੀਰ ਦੇ ਦਰਬਾਰੀ ਨੇ, ਉਹਨਾਂ ਨੂੰ ਇਸ ਤਰ੍ਹਾਂ ਗੱਲ ਕਰਦਾ ਏ ਕਿ ਲਾਹੌਰ ਦੀ ਧਰਤੀ 'ਚ ਗੁਰੂ ਅਰਜਨ ਸਾਹਿਬ ਮਹਾਰਾਜ ਹੈਜੇ ਕਰਕੇ, ਉਹਨਾਂ ਦੇ ਢਿੱਡ ਵਿੱਚ ਹੈਜੇ ਦਾ ਰੋਗ ਹੋ ਗਿਆ ਸੀ। ਉਸ ਹੈਜੇ ਦੇ ਰੋਗ ਕਰਕੇ ਗੁਰੂ ਸਾਹਿਬ ਚੜ੍ਹਾਈ ਕਰ ਗਏ ਹਨ। ਸਾਹੋ ਸਮੀਪ ਨਾ ਕਹੋ ਪ੍ਰਸੰਗ। ਤੇ ਨਾਲਦਿਆਂ ਨੂੰ ਪੱਕਿਆਂ ਕਰਦਾ ਏ ਬਾਦਸ਼ਾਹ ਦੇ ਦਰਬਾਰੀਆਂ ਨੂੰ ਕਿ ਬਾਦਸ਼ਾਹ ਕੋਲ ਜਾ ਕੇ ਕੋਈ ਸਾਰੀ ਗੱਲ ਨਾ ਦੱਸਿਓ ਜੇ ਚੱਲ ਪਰੇ ਕਹੋ ਇਸ ਢੰਗ। ਤੇ ਜੇ ਕਿਤੇ ਗੱਲ ਚੱਲ ਪਏ ਗੁਰੂ ਅਰਜਨ ਸਾਹਿਬ ਮਹਾਰਾਜ ਦੀ, ਪਹਿਲੀ ਗੱਲ ਤੇ ਬਾਦਸ਼ਾਹਾਂ ਦਾ ਬਹੁਤਾ ਧਿਆਨ ਉਲਝਿਆ ਰਹਿੰਦਾ ਹੈ ਇੱਧਰ ਉੱਧਰ ਕੰਮਾਂ ਵਿੱਚ। ਜੇ ਕਿਤੇ ਭੁੱਲ ਭੁਲੇਖੇ ਗੱਲ ਚੱਲ ਵੀ ਪਵੇ ਗੁਰੂ ਅਰਜਨ ਸਾਹਿਬ ਬਾਰੇ, ਤੇ ਉੱਥੇ ਜਾ ਕੇ ਇਸ ਤਰ੍ਹਾਂ ਦੀ ਗੱਲ ਕਹਿਣੀ ਕਿ ਉਹਨਾਂ ਨੂੰ ਹੈਜਾ ਹੋ ਗਿਆ ਸੀ, ਰੋਗ ਹੋ ਗਿਆ ਸੀ, ਜਿਸ ਕਰਕੇ ਉਹ ਚਲਾਣਾ ਕਰ ਗਏ ਹਨ। ਕੋ ਨਾਮ ਲੈਤ ਹੈ ਮੇਰੋ। ਕਹਿੰਦੇ ਕਈ ਬੰਦੇ ਮੇਰਾ ਨਾਮ ਲੈਂਦੇ ਵੀ ਨੇ, ਜਿਹੜੇ ਬਾਦਸ਼ਾਹ ਕੋ ਜਾ ਕੇ ਗੱਲ ਕਰ ਸਕਦੇ ਨੇ। ਕਈ ਮੇਰੇ ਸਿਰ ਦੂਸ਼ਣ ਲਾਉਣ ਦੀਆਂ ਗੱਲਾਂ ਕਰਦੇ ਨੇ, ਜਿਨ੍ਹਾਂ ਦਾ ਮੇਰੇ ਨਾਲ ਥੋੜਾ ਬਹੁਤ ਵਿਗਾੜ ਚੱਲਦਾ ਹੈ, ਉਹ ਕਿਤੇ ਮੇਰਾ ਨਾਂ ਨਾ ਲੈ ਲੈਣ ਬਾਦਸ਼ਾਹ ਕੋ। ਤੁਮ ਢਿਗ ਕਹਿ ਝਿਰਕ ਦਿਓ ਫੇਰੋ। ਉਹਨਾਂ ਮੰਤਰੀਆਂ ਨੂੰ ਕਹਿੰਦਾ ਹੈ, ਤੁਸੀਂ ਤੁਹਾਡੇ ਕੋਲ ਜੇ ਕੋਈ ਗੱਲ ਕਰੇ ਉਹਨਾਂ ਨੂੰ ਝਿੜਕ ਦੇਣਾ, ਕਿ ਅੱਗੇ ਉਹ ਬਾਦਸ਼ਾਹ ਤੱਕ ਕੋਈ ਮੇਰੇ ਵੱਲੋਂ ਹੋ ਕੇ ਗੱਲ ਨਾ ਪਹੁੰਚਾ ਦੇ ਕਿ ਇਦਾਂ ਚੰਦੂ ਨੇ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ। ਇਹ ਗੱਲ ਕਿਤੇ ਬਾਦਸ਼ਾਹ ਤੱਕ ਪੂਰੀ ਨਾ ਪਹੁੰਚ ਜਾਵੇ। ਹੋਇਨ ਅਸ ਸੁਣ ਕੇ ਪਤਸ਼ਾਹੂ। ਕਹਿੰਦੇ ਇਹ ਬਾਦਸ਼ਾਹ ਕਿਤੇ ਐਸਾ ਨਾ ਹੋਵੇ ਕਿ ਲੋਕਾਂ ਕੋਲੋਂ ਮੇਰੇ ਬਾਰੇ ਸਾਰੀ ਗੱਲ ਸੁਣ ਕਰਕੇ ਮੁਝ ਪਰ ਕੋਪ ਕਰੇ ਉਰਮਾਹੂ। ਤੇ ਬਾਦਸ਼ਾਹ ਮੇਰੇ ਪ੍ਰਤੀ ਗੁੱਸਾ ਕਰ ਜਾਵੇ, ਕਿਉਂਕਿ ਇਹ ਰਾਜਨੀਤਿਕ ਬੰਦੇ ਕਦੋਂ ਪਾਸਾ ਪਲਟ ਜਾਣ ਕੋਈ ਇਹਨਾਂ ਦਾ ਪਤਾ ਨਹੀਂ ਹੁੰਦਾ। ਨਰ ਸਭ ਸਭਾ ਕੀਰ ਅਪਨਾਏ। ਇਸ ਤਰ੍ਹਾਂ ਜਿਹੜੀ ਸਭਾ ਸੀ ਉਸ ਵਕਤ ਜਹਾਂਗੀਰ ਬਾਦਸ਼ਾਹ ਦੀ, ਉਹ ਸਾਰੀ ਸਭਾ ਨੂੰ ਇਹਨੇ ਆਪਣੇ ਵੱਲ ਦਾ ਬਣਾ ਲਿਆ ਹੈ। ਤਰਸਤ ਜਤਨ ਚਿਤਵਤ ਸਮੁਦਾਏ। ਮਾਨੀ ਮਨ ਵਿੱਚ ਡਰਦਾ ਵੀ ਹੈ, ਤੇ ਡਰਦਾ ਹੋਇਆ ਇਸ ਤਰ੍ਹਾਂ ਸਾਰਿਆਂ ਨੂੰ ਵੱਲ ਕਰਨ ਦੇ
ਇਹ ਦਾਵ ਪੇਚ ਵਰਤਦਾ ਹੈ। ਮਿਲਿਓ ਸ਼ਾਹੂ ਕੇ ਪਾਸ ਪਹੁੰਚਾ। ਇੱਕ ਦਿਨ ਜਿਸ ਵਕਤ ਇਹ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਮਿਲਦਾ ਹੈ, ਸੁਜਸ ਉਚਾਰਤ ਭਾਤਿ ਮੂਚਾ। ਜਾਂਦਿਆਂ ਸਾਰ ਬਾਦਸ਼ਾਹ ਜਹਾਂਗੀਰ ਦੀਆਂ ਸਿਫਤਾਂ ਕਰਨ ਲੱਗ ਪਿਆ, ਉਹਦਾ ਜਸ ਗਾਉਣ ਲੱਗ ਪਿਆ, ਉਹਦੀਆਂ ਵੱਡੀਆਂ ਵਡਿਆਈਆਂ ਕਰਨ ਲੱਗ ਪਿਆ। ਨੈ ਸਤਿਗੁਰ ਕੀ ਕਿਨੋ ਸੁਨਾਈ। ਹੁਣ ਬਾਦਸ਼ਾਹ ਜਿਉਂ-ਜਿਉਂ ਆਪਣੀਆਂ ਸਿਫਤਾਂ ਤੇ ਵਡਿਆਈਆਂ ਸੁਣਦਾ ਹੈ, ਉਹ ਤੇ ਇੰਨੇ 'ਚ ਹੀ ਬੜਾ ਖੁਸ਼ ਹੈ, ਮੇਰੀਆਂ ਸਿਫਤਾਂ ਹੋਣੀਆਂ ਨੇ, ਵਡਿਆਈਆਂ ਹੋ ਰਹੀਆਂ ਨੇ। ਤੇ ਚੰਦੂ ਪਾਪੀ ਉਹਦੀਆਂ ਸਿਫਤਾਂ ਕਰ ਕਰਕੇ ਉਹਨੂੰ ਹੋਰ ਪਾਸੇ ਦੇ ਧਿਆਨ ਤੋਂ ਹਟਵਾ ਦਿੰਦਾ ਹੈ। ਉਹ ਚੰਦੂ ਪਾਪੀ ਦੇ ਕੋਲੋਂ ਜਹਾਂਗੀਰ ਹੋਰ ਗੱਲ ਨਹੀਂ ਪੁੱਛਦਾ, ਤੇ ਇਸ ਤਰੀਕੇ ਦੇ ਨਾਲ ਇਹ ਚੰਦੂ ਪਾਪੀ ਜਿਹੜਾ ਹੈ, ਇਹ ਗੁਰੂ ਸਾਹਿਬ ਦੇ ਪ੍ਰਸੰਗ ਤੋਂ ਬਾਦਸ਼ਾਹ ਦਾ ਧਿਆਨ ਹਟਵਾ ਦਿੰਦਾ ਹੈ। ਅਪਰ ਪ੍ਰਸੰਗਨ ਬਾਤ ਚਲਾਈ। ਇਸ ਤਰ੍ਹਾਂ ਸਤਿਗੁਰੂ ਦੀ ਗੱਲ ਹੋਰ ਵੀ ਕਿਸੇ ਨੇ ਨਹੀਂ ਕੀਤੀ, ਤੇ ਇਹਨੇ ਹੋਰ ਦੂਜੇ ਤੀਜੇ ਪਾਸੇ ਦੀਆਂ ਗੱਲਾਂ ਇੱਧਰ ਉੱਧਰ ਦੀਆਂ ਲੈ ਕੇ ਉਹ ਸਾਰਾ ਸਮਾਂ ਜਿਹੜਾ ਜਹਾਂਗੀਰ ਦਾ ਧਿਆਨ ਗੁਰੂ ਅਰਜਨ ਸਾਹਿਬ ਵਾਲੇ ਪ੍ਰਸੰਗ ਵੱਲ ਆਉਣ ਹੀ ਨਹੀਂ ਦਿੱਤਾ। ਇਮ ਨਿਤ ਪ੍ਰਤ ਰਹਿ ਸ਼ਾਹੂ ਅਗਾਰੇ। ਇਸੇ ਤਰ੍ਹਾਂ ਰੋਜ਼ ਜਦੋਂ ਵੀ ਇਹ ਜਹਾਂਗੀਰ ਬਾਦਸ਼ਾਹ ਦੇ ਕੋਲ ਨੇੜੇ ਪਹੁੰਚਦਾ ਸੀ, ਸਨੇ ਸਨੇ ਮਨ ਤਰਾਸ ਵਿਸਾਰੇ। ਤੇ ਵੇਖਦਾ ਹੈ ਕਿ ਬਾਦਸ਼ਾਹ ਦਾ ਇੱਧਰ ਧਿਆਨ ਨਹੀਂ ਹੈ, ਉਧਰੋਂ ਧਿਆਨ ਹਟਵਾ ਦਿੱਤਾ ਹੈ ਗੁਰੂ ਸਾਹਿਬ ਵਾਲੇ ਪਾਸੇ ਤੋਂ। ਹੌਲੀ ਹੌਲੀ ਕਰਕੇ ਇਹਦੇ ਮਨ ਚੋਂ ਵੀ ਜਿਹੜਾ ਤਰਾਸ ਡਰ ਹੈ ਉਹ ਘਟਦਾ ਜਾਂਦਾ ਹੈ। ਸਿੱਖਨ ਵਿਖੇ ਬਿਦਤ ਬਹੁ ਭਇਓ। ਪਰ ਇੱਧਰ ਸਿੱਖਾਂ ਦੇ ਵਿੱਚ ਸਾਰੇ ਪਾਸੇ ਚਰਚਾ ਚੱਲ ਪਈ ਸੀ। ਜਿੱਥੇ ਦੇਸ਼ ਵਿਦੇਸ਼ ਵਿੱਚ ਸਿੱਖ ਰਹਿੰਦੇ ਸੀ, ਉਹਨਾਂ ਵਿੱਚ ਤੇ ਘਰ ਘਰ ਵਿੱਚ ਇਹ ਗੱਲ ਸੰਗਤ ਜੀ ਚੱਲ ਰਹੀ ਸੀ। ਚੰਦੂ ਘਰ ਗੁਰ ਤਨ ਤਜ ਦਇਓ। ਕਿ ਚੰਦੂ ਪਾਪੀ ਦੀ ਹਵੇਲੀ ਵਿੱਚ ਲਾਹੌਰ ਦੀ ਧਰਤੀ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਤਨ ਆਪਣਾ ਉੱਥੇ ਤਿਆਗਿਆ। ਉਹਦੇ ਕਸ਼ਟਾਂ ਕਰਕੇ ਉਹਨੇ ਤਸੀਹੇ ਦਿੱਤੇ, ਤੱਤੀ ਤਵੀ ਤੇ ਬਿਠਾਇਆ, ਗਰਮ ਰੇਤਾ ਸੀਸ ਤੇ ਪਾਈ, ਦੇਗ 'ਚ ਉਬਾਲੇ ਦਿੱਤੇ ਸਨ। ਤਉ ਡਰਤ ਨੈ ਸਖਤ ਉਚਾਰੈ। ਪਰ ਫਿਰ ਵੀ ਸਮਾਂ ਐਸਾ ਸੀ ਕਿ ਕਿਸੇ ਦੇ ਸਾਹਮਣੇ ਗੱਲ ਕਰਨ ਦਾ ਮਤਲਬ ਸੀ ਆਪਣਾ ਨੁਕਸਾਨ ਕਰਾਉਣਾ। ਕਈ ਇਹੋ ਜਿਹੇ ਸੀ ਚਰਚਾ ਕਰਦੇ ਨੇ ਲੁਕ ਕੇ, ਪਰ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਇਸ ਜ਼ੁਲਮ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰ ਸਕਣ। ਮਿਲੈ ਪਰਸਪਰ ਅਗੀਤ ਘਾਰੈ। ਪਰ ਆਪਸ ਵਿੱਚ ਮਿਲ ਕੇ ਇਸ ਪਾਪੀ ਨੂੰ ਲਾਹਨਤਾਂ ਜ਼ਰੂਰ ਸਾਰੇ ਪਾਉਂਦੇ ਨੇ ਕਿ ਚੰਦੂ ਪਾਪੀਆ, ਤੇਰਾ ਜੀਵਨ ਤਿਕਾਰ ਹੈ, ਫਿਟਕਾਰਯੋਗ ਹੈ ਤੇਰਾ ਜੀਵਨ, ਲਾਹਨਤ ਹੈ ਤੇਰੇ ਜੀਵਨ ਤੇ। ਇਦਾਂ ਲਾਹਨਤਾਂ ਪਾਉਂਦੇ ਹਨ। ਸਨੇ ਸਨੇ ਕੈ ਆਪਸ ਮਾਹੀ। ਹੌਲੀ ਹੌਲੀ ਸਿੱਖ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਹਨ। ਕੀਨ ਮਹਾ ਅਗ ਪਤੈ ਸੁਨਾਹੀ। ਇਹ ਵੀ ਗੱਲਾਂ ਕਰਦੇ ਨੇ ਕਿ ਇਹ ਮਹਾ ਪਾਪੀ ਇਹ ਹੁਣ ਬਹੁਤਾ ਸਮਾਂ ਜੀ ਨਹੀਂ ਸਕਦਾ, ਇਹ ਚੰਦੂ ਪਾਪੀ ਬਹੁਤਾ ਸਮਾਂ ਹੁਣ ਬਚੇਗਾ ਨਹੀਂ। ਸ੍ਰੀ ਹਰਿ ਗੋਬਿੰਦ ਗੁਰ ਸੁਤ ਬਲੀ। ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਬਲੀ ਸਰੂਪ ਭਾਰੀ ਗੁਰੂ ਹੋ ਕੇ ਤਖਤ ਤੇ ਬਿਰਾਜੇ ਹਨ। ਤਿਨਹੂ ਪ੍ਰਣ ਕੀਨ ਸਬਿਦ ਭਲੀ। ਉਹਨਾਂ ਨੇ ਇਸ ਤਰੀਕੇ ਦਾ ਸੰਗਤ ਦੇ ਵਿੱਚ ਬਚਨ ਰੂਪ ਪ੍ਰਣ ਕੀਤਾ ਹੈ। ਪਿਤ ਕੋ ਬੈਰ ਲੈ ਹਉ ਐਸੇ। ਇਹੋ ਜਿਹਾ ਪਾਪੀ ਜਿਹੜਾ ਚੰਦੂ ਹੈ, ਇਸ ਪਾਪੀ ਨੂੰ ਇਹਦੇ ਕੀਤੇ ਕਰਮਾਂ ਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ। ਹਤੋਂ ਦੁਸ਼ਟ ਅਪਜਸ ਜੁਤ ਜੈਸੇ। ਜਿਵੇਂ ਕਿਸੇ ਵੱਡੇ ਬਦਨਾਮ ਬੰਦੇ ਨੂੰ ਜਿਸ ਤਰੀਕੇ ਨਾਲ ਉਹਦੀ ਬਦਨਾਮ ਭਾਵ ਮਾੜੇ ਕਰਮਾਂ ਕਰਕੇ, ਬਦੀ ਕਰਕੇ ਜਿਵੇਂ ਉਹਨੂੰ ਕਸ਼ਟ ਦਿੱਤੇ ਜਾਂਦੇ ਨੇ, ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਇਸੇ ਤਰੀਕੇ ਨਾਲ ਇਸ ਦੁਸ਼ਟ ਪਾਪੀ ਚੰਦੂ ਨੂੰ ਵੀ ਕਹਿੰਦੇ ਸਜ਼ਾ ਦਿੱਤੀ ਜਾਵੇਗੀ। ਇਸ ਤਰ੍ਹਾਂ ਸਤਿਗੁਰਾਂ ਨੇ ਸੰਗਤ ਵਿੱਚ ਪ੍ਰਣ ਰੂਪੀ ਬਚਨ ਕੀਤੇ ਹਨ। ਹਲਤ ਵਿਖੇ ਕਰ ਆਨਨ ਕਾਰਾ। ਸੰਗਤ ਚਰਚਾ ਕਰਦੀ ਹੈ ਕਿ ਗੁਰੂ ਸਾਹਿਬ ਨੇ ਇਸ ਸੰਸਾਰ ਵਿੱਚ ਤੇ ਇਸ ਪਾਪੀ ਦਾ ਮੂੰਹ ਕਾਲਾ ਕਰਨਾ ਹੀ ਹੈ। ਤਥਾ ਪਲਤ ਮੈਂ ਜਾਏ ਦੁਖਾਰਾ। ਪਰ ਲੋਕ ਦੇ ਵਿੱਚ ਵੀ ਇਹ ਦੁੱਖ ਪ੍ਰਾਪਤ ਕਰੇਗਾ। ਇਹਨੂੰ ਨਾ ਲੋਕ ਵਿੱਚ ਸੁੱਖ ਮਿਲਣਾ ਹੈ, ਨਾ ਪਰਲੋਕ ਵਿੱਚ। ਇਹ ਲੋਕ ਵਿੱਚ ਤੇ ਮੂੰਹ ਕਾਲਾ ਕਰਕੇ ਇਹਨੂੰ ਘੁਮਾਇਆ ਹੀ ਜਾਏਗਾ, ਤੇ ਪਰਲੋਕ ਦੇ ਵਿੱਚ ਵੀ ਇਹ ਦੁਖੀ ਹੋਵੇਗਾ, ਉੱਥੇ ਵੀ ਇਹਨੂੰ ਸੁੱਖ ਨਹੀਂ ਮਿਲੇਗਾ। ਹਿਤੇ ਹਤ ਬੇ ਬਹੁ ਸਬਤ ਕਰੀ ਹੈ। ਕਿਉਂਕਿ ਗੁਰੂ ਸਾਹਿਬ ਨੇ ਇਹ ਪ੍ਰਣ ਧਾਰਨ ਕੀਤਾ ਹੈ, ਇਹੋ ਜੇ ਪਾਪੀ ਨੂੰ ਉਹ ਯੋਗ ਸਜ਼ਾ ਦੇਣਗੇ। ਸਰਬ ਸਭਾ ਕੇ ਸ਼ਰਵਣ ਪਰੀ ਹੈ। ਸਾਰੀ ਸੰਗਤ ਨੇ ਦੀਵਾਨ ਦੇ ਵਿੱਚ ਸਤਿਗੁਰਾਂ ਦੇ ਇਹ ਬਚਨ ਸਰਵਣ ਕੀਤੇ ਹਨ। ਦੇਸ਼ ਵਿਦੇਸ਼ ਵਿਖੇ ਬਿਦਤਾਈ। ਇਸ ਤਰ੍ਹਾਂ ਇਸ ਪਾਪੀ ਨੂੰ ਸਜ਼ਾ ਦੇਣ ਦੀ ਗੱਲ ਜਿਹੜੀ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਪਾਸੇ ਪ੍ਰਗਟ ਹੋ ਗਈ ਸੀ। ਸਤਿਗੁਰ ਹਤੈ ਨ ਤਜੈ ਕਦਾਈ। ਸੰਗਤ ਦੇ ਆਪਸ ਵਿੱਚ ਗੱਲਾਂ ਕਰਦੀ ਹੈ ਕਿ ਸਤਿਗੁਰੂ ਹੁਣ ਇਸ ਪਾਪੀ ਨੂੰ ਇਹਦੇ ਪਾਪਾਂ ਦੀ ਸਜ਼ਾ ਜ਼ਰੂਰ ਦੇਣਗੇ, ਇਹਨੂੰ ਛੱਡਣਗੇ ਨਹੀਂ। ਕੇਤਕ ਸਿੱਖ ਤਿਨ ਮੈਂ ਜੋ ਸਿਆਨੇ। ਕਈ ਸਿੱਖ ਜਿਹੜੇ ਉਹਨਾਂ ਦੇ ਵਿੱਚ ਆਪਣੇ
ਮੰਨ ਕਰਕੇ ਜਿਹੜੇ ਸਿਆਣੇ ਸਨ। ਦੇਖੋ ਗੁਰੂ ਦੇ ਸਾਹਮਣੇ ਸਿੱਖ ਸਿਆਣਾ ਨਹੀਂ ਹੁੰਦਾ, ਉੱਥੇ ਨਿਮਾਣਾ ਬਣ ਕੇ ਰਹਿੰਦਾ ਹੈ। ਕਿੰਨਾ ਵੀ ਸਿਆਣਾ ਹੋਵੇ, ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਉਹ ਆਪਣਾ ਆਪ ਨਹੀਂ ਜਤਾਉਂਦਾ। ਕਿੱਡਾ ਵੀ ਸਿੱਖ ਸਿਆਣਾ ਹੋਵੇ, ਗੁਰੂ ਅੱਗੇ ਤੇ ਅਣਜਾਣ ਬਣ ਕੇ ਰਹਿੰਦਾ ਕਿ ਸਤਿਗੁਰੂ ਮੈਨੂੰ ਨਹੀਂ ਪਤਾ। ਗੁਰੂ ਦੇ ਅੱਗੇ ਆਪਣਾ ਆਪਾ ਨਹੀਂ ਜਣਾਉਂਦਾ। ਪਰ ਜਿਹੜੇ ਬੰਦੇ ਆਪਣੇ ਆਪ 'ਚ ਸਿਆਣੇ ਹੁੰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਬੜੇ ਸਿਆਣੇ ਜਿਹੜੇ ਕਈ ਇਸ ਤਰ੍ਹਾਂ ਦੇ ਆਪੋਂ ਬਣੇ ਸਿਆਣੇ ਹਨ। ਮਰਨੋ ਕਠਨ ਚੰਦ ਕੋ ਜਾਣੇ, ਜਿਹੜੇ ਆਪਣੀ ਸਿਆਣਪ ਨਾਲ ਸੋਚਦੇ ਨੇ, ਜਿਹੜੇ ਆਪਣੇ ਹਿਸਾਬ ਨਾਲ ਸੋਚਣ ਵਾਲੇ ਸਿਆਣੇ ਸਨ, ਆਪਣੇ ਆਪ ਨੂੰ ਸਿਆਣੇ ਅਕਲਮੰਦ ਅਖਵਾਉਣ ਵਾਲੇ, ਉਹ ਗੱਲਾਂ ਕਰਦੇ ਨਹੀਂ। ਇਹ ਕਿਵੇਂ ਹੋ ਸਕਦਾ ਏ? ਚੰਦੂ ਪਾਪੀ ਨੂੰ ਮਰਨਾ ਤੇ ਮਾਰਨਾ ਇਹ ਕਠਨ ਕੰਮ ਹੋਵੇਗਾ। ਸ਼ਾਹੋ ਦੀਵਾਨ ਹੁਕਮ ਜਗ ਚਾਲੇ, ਜਿਹੜੇ ਬਾਦਸ਼ਾਹ ਦਾ ਹੁਕਮ ਸਾਰੇ ਪਾਸੇ ਚੱਲਦਾ, ਇਹ ਉਹਦਾ ਖਾਸਮ ਖਾਸ ਦੀਵਾਨ ਹੈ। ਕਿਮ ਪਕਰਨ ਇਹ ਬਨੈ ਸੁਖਾਲੇ, ਇਹ ਬਾਦਸ਼ਾਹ ਨਾਲ ਸਿੱਧੀ ਲੜਾਈ ਹੋਏਗੀ। ਉਹ ਬਾਦਸ਼ਾਹ ਤੇ ਦੀਵਾਨ ਨੂੰ ਪਕੜਨਾ ਇਹ ਕੰਮ ਕੋਈ ਸੌਖਾ ਨਹੀਂ ਹੋ ਸਕਦਾ। ਲੋਕ ਹਜ਼ਾਰੋਂ ਮਾਨੈ ਬੈਨ, ਤੇ ਹਜ਼ਾਰਾਂ ਲੋਕ ਬਾਦਸ਼ਾਹ ਦੇ ਹੁਕਮ ਵਿੱਚ ਚੱਲਣ ਵਾਲੇ ਹਨ। ਬੈਠੇ ਪਿਖੈ ਸਮੁਖ ਤਿਸ ਨੈਨ, ਜਿਹੜੇ ਆਪਣੇ ਆਪ ਨੂੰ ਬਹੁਤੇ ਸਿਆਣੇ ਕਹਿਉਣ ਵਾਲੇ, ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਕਿ ਜਿਹੜੇ ਬਾਦਸ਼ਾਹ ਦੇ ਸਾਹਮਣੇ ਵੇਖੋ ਲੱਖਾਂ ਲੋਕ ਸਿਰ ਝੁਕਾਉਂਦੇ ਨੇ, ਉਹਦੀਆਂ ਗੱਲਾਂ ਮੰਨਦੇ ਹਨ। ਸਤਿਗੁਰ ਸੁਧ ਕੀ ਬੀਸ ਨਵੀਨ, ਤੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਪੁੱਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਵੀ ਅਜੇ ਬਹੁਤੀ ਨਹੀਂ ਹੈ, ਅਜੇ ਛੋਟੀ ਉਮਰ ਹੈ। ਬਿਨਾ ਵਿਚਾਰੇ ਪ੍ਰਣ ਕੋ ਕੀਨ, ਬਿਨਾਂ ਵਿਚਾਰ ਕੀਤਿਆਂ ਹੀ ਇਹੋ ਜਿਹਾ ਪ੍ਰਣ ਕਰ ਲਿਆ ਹੈ, ਬਚਨ ਕਰ ਲਿਆ। ਕਿਵੇਂ ਹੋ ਸਕਦਾ ਏਡੇ ਵੱਡੇ ਬਾਦਸ਼ਾਹ, ਏਡਾ ਵੱਡਾ ਚੰਦੂ, ਉਹ ਪਾਪੀ ਨੂੰ ਕਿਵੇਂ ਕੋਈ ਪਕੜ ਸਕਦਾ ਹੈ? ਜਿਹੜੇ ਆਪੂ ਸਿਆਣੇ ਸੀ ਨਾ ਬਣੇ ਹੋਏ, ਜਿਹੜੇ ਮਨ ਕਰਕੇ ਆਪਣੇ ਆਪ ਨੂੰ ਬੜਾ ਅਕਲਮੰਦ ਸਿਆਣਾ ਸਮਝਣ ਵਾਲੇ ਆ, ਉਹ ਆਪਣੀ ਸੋਚ ਦੇ ਹਿਸਾਬ ਨਾਲ ਇਦਾਂ ਗੱਲਾਂ ਕਰਦੇ ਹਨ। ਸਾਹੋ ਸੰਗ ਕੋ ਸਕੈ ਬਿਗਾਰ, ਤੇ ਬਾਦਸ਼ਾਹ ਨਾਲ ਵੀ ਵਿਗਾੜ ਕੇ ਕਦੀ ਕਿਸੇ ਦੀ ਹੋਈ ਹੈ, ਕਦੀ ਹਕੂਮਤ ਨਾਲ ਵੀ ਲੜਾਈ ਲੈ ਕੇ ਕੋਈ ਬਚਾ। ਅੱਜ ਵੀ ਇਹੋ ਜਿਹੇ ਬੜੇ ਨੇ ਗੱਲਾਂ ਕਰਦੇ ਆ, ਪਹਿਲਾਂ ਵੀ ਕਰਦੇ ਸਨ। ਰਾਜ ਕਰਤ ਜਗ ਕੋਸ਼ ਹਜ਼ਾਰ, ਏਡੇ ਏਡੇ ਵੱਡੇ ਰਾਜਿਆਂ ਨਾਲ ਕੋਈ ਲੜਾਈ ਲੈ ਸਕਦਾ? ਹਜ਼ਾਰਾਂ ਕੋਹਾਂ ਤੱਕ, ਦੂਰ ਦੂਰ ਤੱਕ ਜਿਹਦਾ ਰਾਜ ਭਾਗ ਹੈ, ਏਡੀ ਵੱਡੀ ਰਾਜਨੀਤੀ ਨਾਲ ਕਿਵੇਂ ਲੜਾਈ ਲਈ ਜਾ ਸਕਦੀ ਹੈ? ਅਨਗਨ ਸੈਨ ਕੋਸ ਜਿਸ ਪਾਸ, ਜਿਹਦੇ ਕੋਲ ਬਹੁਤ ਵੱਡੀ ਫੌਜ ਹੈ, ਜਿਹਦੇ ਕੋਲ ਖਜ਼ਾਨਾ ਵੀ ਬਹੁਤ ਵੱਡਾ ਹੈ, ਜੈ ਕਹਿ ਰਹਿਓ ਪ੍ਰਤਾਪ ਪ੍ਰਕਾਸ਼, ਸਾਰੇ ਪਾਸੇ ਉਹਦਾ ਪ੍ਰਤਾਪ ਚੱਲਦਾ ਹੈ, ਲੋਕ ਉਹਦਾ ਹੁਕਮ ਮੰਨਦੇ। ਅੱਜ ਵੀ ਕਈ ਲੋਕ ਕਹਿੰਦੇ ਜੀ ਵੇਖੋ ਏਡੀ ਵੱਡੀ ਫੌਜ ਹੈ, ਏਡੀ ਵੱਡੀਆਂ ਤਾਕਤਾਂ ਨੇ ਕਿਸੇ ਸਰਕਾਰ ਕੋਲ, ਸਰਕਾਰਾਂ ਨਾਲ ਕੋਈ ਮੱਥਾ ਲਾ ਸਕਦਾ? ਉਦੋਂ ਵੀ ਸੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਮੁਗਲਿਆ ਸਲਤਨਤ, ਪੂਰੇ ਏਸ਼ੀਆ ਵਿੱਚ ਜਿਨ੍ਹਾਂ ਸਾਹਮਣੇ ਕੋਈ ਨਹੀਂ ਸੀ ਖੰਘਦਾ। ਤੇ ਕਈ ਜਿਹੜੇ ਡਰਪੋਕ ਅੱਜ ਕੱਲ੍ਹ ਵੀ ਜਿਵੇਂ ਡਰਪੋਕ ਮਨ, ਉਦੋਂ ਦੇ ਵੀ ਜਿਹੜੇ ਡਰਪੋਕ ਮਨ ਉਹ ਸੋਚਦੇ ਸੀ ਏਡੀ ਵੱਡੀ ਫੌਜ, ਏਡਾ ਵੱਡਾ ਮੁਗਲ ਸਮਰਾਟ, ਉਹਦੇ ਕਿਸੇ ਬੰਦੇ ਨੂੰ ਵੀ ਕੋਈ ਛੂਹ ਜੇ, ਕਿਵੇਂ ਹੋ ਸਕਦਾ ਹੈ? ਤਿਸ ਦੀਵਾਨ ਕੋ ਮੁਸ਼ਕਲ ਪਕਰਨ, ਉਹ ਬਾਦਸ਼ਾਹ ਦੇ ਦੀਵਾਨ ਨੂੰ ਫੜਨਾ ਬੜਾ ਮੁਸ਼ਕਲ ਹੋਵੇਗਾ। ਹਮ ਇਹ ਕਰੈ ਵਿਚਾਰਨ ਕੋ ਮਨ, ਕਹਿੰਦੇ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਕਹਿੰਦੇ ਵਿਚਾਰ ਕੇ ਅਸੀਂ ਗੱਲ ਕਰਦੇ ਹਾਂ। ਕੇਤਕ ਸਿੱਖ ਕਹੈ ਫਿਰ ਤਹੇ, ਪਰ ਕਈ ਸਿੱਖ ਤੇ ਜਿਹੜੇ ਭਾਵਨਾ ਵਾਲੇ ਸੀ, ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਸ਼ਰਧਾ ਰੱਖਣ ਵਾਲੇ, ਗੁਰੂ ਤੇ ਭਰੋਸਾ ਰੱਖਣ ਵਾਲੇ ਜਿਹੜੇ ਸਿੱਖ ਸਨ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਸਕਲ ਸ਼ਕਤ ਹੈ ਸਤਿਗੁਰ ਮਾਹੇ, ਉਹ ਕਹਿੰਦੇ ਭਲਿਓ ਤੁਹਾਨੂੰ ਅਜੇ ਗੁਰੂ ਦੀ ਵਡਿਆਈ ਦਾ ਪਤਾ ਨਹੀਂ। ਗੁਰੂ ਤੇ ਸਰਬ ਕਲਾ ਸਮਰੱਥ ਹੈ, ਸਾਰੀਆਂ ਸ਼ਕਤੀਆਂ ਜਿਸ ਗੁਰੂ ਦੇ ਹੱਥ ਵਿੱਚ ਹੈ, ਤੁਸੀਂ ਗੁਰੂ ਦੀ ਵਡਿਆਈ ਨੂੰ ਜਾਣਦੇ ਨਹੀਂ ਹੋ। ਨਿੱਕੀਆਂ ਨਿੱਕੀਆਂ ਜੀਆਂ ਇਹੋ ਜੀਆਂ ਗੱਲਾਂ ਕਰਕੇ ਐਵੇਂ ਆਪਣੇ ਮਨ ਦੀ ਅਸ਼ਰਧਾ ਵਾਲੀ ਚਲਾਕੀ ਦੇ ਹਿਸਾਬ ਨਾਲ ਗੱਲਾਂ ਕਰਦੇ ਹੋ, ਤੁਹਾਨੂੰ ਗੁਰੂ ਦੀ ਵਡਿਆਈ ਦਾ ਨਹੀਂ ਪਤਾ। ਗੁਰੂ ਦੀ ਸ਼ਕਤੀ ਏਡੀ ਵੱਡੀ ਹੈ, ਸਭ ਕੁਝ ਗੁਰੂ ਦੇ ਹੱਥ ਵਿੱਚ ਹੈ। ਕਰੈ ਰੰਗ ਕੋ ਰਾਓ ਵਿਸਾਲ, ਸਤਿਗੁਰ ਤੇ ਇਹੋ ਜਿਹਾ ਸਮਰੱਥ ਹੈ, ਜੇ ਗੁਰੂ ਕਿਸੇ ਤੇ ਕਿਰਪਾ ਕਰਦੇ, ਕਿਸੇ ਗਰੀਬ ਨੂੰ ਰਾਜਾ ਬਣਾ ਸਕਦਾ ਹੈ, ਕੀੜੇ ਨੂੰ ਥਾਪੜਾ ਦੇ ਕੇ ਪਾਤਸ਼ਾਹ ਬਣਾ ਸਕਦਾ ਹੈ। ਗੁਰੂ ਤੇ ਐਡਾ ਸਮਰੱਥ ਹੈ। ਰਾਓ ਰੰਗ ਤਤ ਛਿਨ ਬਚਨਾਲ, ਜਿਹਦੇ ਬਚਨਾਂ ਦੇ ਨਾਲ ਵੱਡੇ ਵੱਡੇ ਰਾਜੇ ਪਲ ਵਿੱਚ ਗਰੀਬ ਹੋ ਜਾਂਦੇ ਨੇ। ਜਿਹਦੇ ਵੱਲ ਨਜ਼ਰ ਕਰ ਦਵੇ ਉਹਨੂੰ ਪਾਤਸ਼ਾਹ ਬਣਾ ਸਕਦਾ ਹੈ, ਤੇ ਜੇ ਨਜ਼ਰ ਉਪੱਠੀ ਕਰਦੇ ਤੇ ਪਾਤਸ਼ਾਹ ਭਿਖਾਰੀ ਬਣ ਸਕਦਾ ਹੈ। ਉਹਨੂੰ ਖਾਣ ਵਾਸਤੇ ਘਾਹ ਵੀ ਜਿਹੜਾ ਹੈ ਭੀਖ ਵਿੱਚ ਨਹੀਂ ਮਿਲ ਸਕਦਾ, ਘਾਹ ਖਾ ਕੇ ਗੁਜ਼ਾਰਾ ਕਰਨਾ ਪੈ ਸਕਦਾ। ਇਹੋ ਜਿਹੇ ਹਾਲਾਤ ਬਣ ਸਕਦੇ ਹੈ। ਗੁਰੂ ਚਾਹੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ, ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ,
ਮੁਗਦਾਰੀ ਗੁਰੂ ਤੇ ਸਭ ਕੁਝ ਕਰ ਸਕਦਾ ਹੈ। ਤਨ ਬਨ ਕੋ ਤਤਕਾਲ ਬਣਾਵੈ, ਜਿਹੜੀ ਗੱਲ ਨਹੀਂ ਹੋ ਸਕਦੀ ਉਹਨੂੰ ਪਲ ਵਿੱਚ ਕਰ ਸਕਦਾ, ਅਨਹੋਣੀ ਨੂੰ ਹੋਣੀ ਵਿੱਚ ਬਦਲ ਸਕਦਾ ਹੈ। ਬਣੀ ਬਾਤ ਕੋ ਬਹੁ ਬਿਗੜਾਵੈ, ਤੇ ਜਿਹੜੀ ਹੋਣ ਵਾਲੀ ਗੱਲ ਹੈ ਉਹਨੂੰ ਅਨਹੋਣੀ ਭਾਵ ਵਿਗਾੜ ਸਕਦਾ ਹੈ। ਜਿਹੜੀ ਬੰਦਾ ਕਹੇ ਇਹ ਕੰਮ ਤੇ ਹੋਣਾ ਹੀ ਹੈ, ਗੁਰੂ ਚਾਹੇ ਤੇ ਉਹ ਹੋਣ ਵਾਲੇ ਕੰਮ ਨੂੰ ਅਨਹੋਣੀ ਬਣਾ ਸਕਦਾ ਹੈ, ਉਹ ਬਣੀ ਹੋਈ ਗੱਲ ਨੂੰ ਵਿਗਾੜ ਵੀ ਸਕਦਾ ਹੈ। ਜਾਵਤ ਅਜਮਤ ਨੈ ਬਿਦਤਾਏ, ਪਰ ਜਦੋਂ ਤੱਕ ਸਤਿਗੁਰੂ ਪਾਤਸ਼ਾਹ ਆਪਣੀ ਅਜਮਤ, ਆਪਣੀ ਤਾਕਤ, ਆਪਣੀ ਸੱਤਾ ਪ੍ਰਗਟ ਨਹੀਂ ਕਰਦੇ ਹਨ, ਤਾਵਤ ਨਰ ਸਮ ਕ੍ਰਿਤੀ ਕਰਾਏ। ਆਮ ਮਨੁੱਖਾਂ ਵਾਂਗੂ ਸਤਿਗੁਰੂ ਪਾਤਸ਼ਾਹ ਕਰਮ ਕਰਦੇ ਨੇ। ਗੁਰੂ ਸਾਹਿਬ ਆਪਣਾ ਆਪਾ ਕਦੀ ਜਤਾਉਂਦੇ ਨਹੀਂ, ਪ੍ਰਗਟ ਨਹੀਂ ਕਰਦੇ ਹਨ। ਕਰਾਮਾਤ ਰੋਕਨ ਮਤ ਘਨੋ, ਇਹ ਤੇ ਗੁਰੂ ਨਾਨਕ ਦਾ ਘਰ ਹੈ ਕਿ ਆਪਣੀ ਕਰਾਮਾਤ ਨਹੀਂ ਦਿਖਾਉਣੀ, ਵਡਿਆਈ ਨਹੀਂ ਦਿਖਾਉਣੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੀ ਕਰਾਮਾਤ, ਆਪਣੀ ਵਡਿਆਈ ਇਹ ਕਿਸੇ ਅੱਗੇ ਜ਼ਾਹਰ ਨਹੀਂ ਕਰਦੇ ਹਨ। ਨਿਤ ਵਿਵਹਾਰ ਕਰੈ ਨਰ ਮਨੋ, ਨਿਤ ਆਮ ਮਨੁੱਖਾਂ ਵਰਗੇ ਸਤਿਗੁਰੂ ਪਾਤਸ਼ਾਹ ਵਿਵਹਾਰ ਕਾਰ ਕਿਰਿਆ ਕਰਦੇ ਹਨ। ਜਬ ਚਾਹੈ ਨਿਜ ਪ੍ਰਾਨ ਨਿਰਬਾਹਨ, ਤੇ ਭਾਵਨਾ ਵਾਲੇ ਸਿੱਖ ਕਹਿੰਦੇ ਹੋ ਭਲਿਓ ਜਿਹੜਾ ਪ੍ਰਣ ਦੀ ਗੱਲ ਕਰਦੇ ਹੋ ਚੰਦੂ ਵਰਗੇ ਪਾਪੀ ਨੂੰ ਮਾਰਨਾ, ਇਹ ਕੋਈ ਵੱਡੀ ਗੱਲ ਥੋੜੀ ਹੈ। ਜੇ ਸਤਿਗੁਰੂ ਆਪਣਾ ਪ੍ਰਣ ਨਿਭਾਉਣਾ ਚਾਹਣਗੇ, ਭਾਵਤ ਕਰੈ ਰੁਕੈ ਕਿਮ ਨਾਹਿਨ, ਤੇ ਜੇ ਸਤਿਗੁਰੂ ਜਿੱਦਣ ਚਾਹਣਗੇ ਉਸ ਪਾਪੀ ਨੂੰ ਸਜ਼ਾ ਦੇਣਾ, ਫਿਰ ਦੁਨੀਆ ਦੀ ਕੋਈ ਤਾਕਤ ਗੁਰੂ ਸਾਹਿਬ ਦੇ ਉਸ ਹੁਕਮ ਨੂੰ ਰੋਕ ਨਹੀਂ ਸਕਦੀ ਹੈ। ਛਟਮ ਗੁਰੂ ਸ੍ਰੀ ਨਾਨਕ ਰੂਪ, ਕਿਉਂਕਿ ਭਲਿਓ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਆਪ ਨਿਰੰਕਾਰ ਦਾ ਰੂਪ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਜਿਹੜੇ ਉਹ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਸਾਹਿਬ ਅੱਜ 6ਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਪ੍ਰਗਟ ਨੇ, ਤੇ ਗੁਰੂ ਨਾਨਕ ਸਾਹਿਬ ਤੇ 6ਵੇਂ ਜਾਮੇ 'ਚ ਕੋਈ ਫਰਕ ਨਹੀਂ। ਇਹ 6ਵੇਂ ਪਾਤਸ਼ਾਹ ਗੁਰੂ ਨਾਨਕ ਦਾ ਹੀ ਰੂਪ ਹਨ, ਜਿਨ ਕੇ ਸੁੰਦਰ ਚਰਤ ਅਨੂਪ, ਜਿਹੜੇ ਗੁਰੂ ਨਾਨਕ ਸਾਹਿਬ ਦੇ ਬੜੇ ਸੁੰਦਰ, ਬੜੇ ਹੈਰਾਨ ਕਰਨ ਵਾਲੇ ਅਚਰਜ ਕੌਤਕ ਹਨ। ਜਿਸ ਗੁਰ ਅਰਜਨ ਕੇ ਗਨਦਾਸ, ਅਰਜਨ ਸਾਹਿਬ ਮਹਾਰਾਜ ਜੀ ਦੇ ਬੇਅੰਤ ਸਿੱਖ ਸੇਵਕ ਹਨ। ਕਰਾਮਾਤ ਬਹੁ ਭਾਂਤ ਪ੍ਰਕਾਸ਼, ਸੇਵਕਾਂ ਵਿੱਚ ਵੀ ਬੜੀਆਂ ਵੱਡੀਆਂ ਵਡਿਆਈਆਂ ਨੇ। ਫਿਰ ਗੁਰੂ ਕਿੰਨਾ ਸਮਰੱਥ ਹੋਵੇਗਾ ਜਿਹੜੇ ਸਿੱਖਾਂ ਦੇ ਬੋਲੇ ਬੋਲ ਵੀ ਪੂਰੇ ਹੋ ਜਾਂਦੇ, ਜਿਹੜੇ ਸਿੱਖਾਂ ਦੇ ਵਿੱਚ ਇੰਨੀਆਂ ਵਡਿਆਈਆਂ ਹੋਣ। ਜਿਸ ਗੁਰੂ ਦੇ ਸਿੱਖਾਂ ਵਿੱਚ ਬਹੁਤ ਵੱਡਾ ਮਾਣ ਹੋਵੇ, ਵਡਿਆਈ ਹੋਵੇ, ਫਿਰ ਉਸ ਗੁਰੂ ਦੇ ਅੰਦਰ ਕਿੰਨੀਆਂ ਸ਼ਕਤੀਆਂ ਤੇ ਤਾਕਤਾਂ ਹੋਣਗੀਆਂ। ਤਿਸ ਗੁਰ ਅਪਰ ਨਰਨ ਸੰਪ੍ਰਾਨਾ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਆਮ ਮਨੁੱਖ ਵਰਗੋਂ ਵਰਤਦੇ ਰਹੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਲਾਹੌਰ ਦੀ ਧਰਤੀ ਤੇ ਵੀ ਆਪਣੀ ਤਾਕਤ ਨੂੰ ਪ੍ਰਗਟਾਇਆ ਨਹੀਂ ਸੀ। ਆਮ ਮਨੁੱਖਾਂ ਵਰਗੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੀਵਨ ਜੀਵਿਆ, ਤੇ ਜਿਹੜੇ ਆਪਣੇ ਪ੍ਰਾਣ ਸਨ ਰਿਪ ਘਰ ਤਜ ਬੈ ਕੁੰਠ ਪਿਆਨਾ, ਚੰਦੂ ਪਾਪੀ ਦੇ ਘਰ ਦੇ ਵਿੱਚ ਛੱਡ ਕੇ ਸਤਿਗੁਰੂ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ ਸਨ। ਭਾਵ ਉੱਥੇ ਗੁਰੂ ਸਾਹਿਬ ਆਪਣੀ ਸ਼ਕਤੀ ਨੂੰ ਉਹਨਾਂ ਪ੍ਰਗਟ ਨਹੀਂ ਸੀ ਕੀਤਾ। ਤਿਨ ਕੋ ਸੁਤ ਤਿਨ ਕੀ ਸਮ ਹੈ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜਿਹੜੇ ਪ੍ਰਤੱਖ ਹਾਰ ਨੇ, ਗੁਰੂ ਨਾਨਕ ਸਾਹਿਬ ਦਾ ਰੂਪ ਨੇ, ਇਹ 5 ਪਿਆਲੇ 5 ਪੀਰ। ਭਾਈ ਗੁਰਦਾਸ ਜੀ ਬੜੇ ਸੋਹਣੇ ਢੰਗ ਨਾਲ ਕਹਿੰਦੇ, ਇਹ 5 ਪੀਰ ਜਿਹੜੇ ਹੋਏ ਨੇ, ਜਿਨ੍ਹਾਂ ਨੇ 5 ਪਿਆਲੇ ਸਤ ਸੰਤੋਖ ਦਇਆ ਧਰਮ ਧੀਰਜ ਸ਼ੁਭ ਗੁਣਾਂ ਦੇ ਪੀਤੇ ਨੇ। ਹੁਣ 6ਵੇਂ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ। ਗੁਰੂ ਅਰਜਨ ਸਾਹਿਬ ਨੇ ਕਾਇਆ ਹੀ ਤੇ ਬਦਲੀ ਹੈ, ਸਰੀਰ ਹੀ ਤੇ ਬਦਲਿਆ ਹੈ। ਮੂਰਤ ਹਰ ਗੋਬਿੰਦ ਸਵਾਰੀ, ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਸਵਾਰ ਕੇ ਇਹ ਹੁਣ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਹੋ ਕਰਕੇ ਸੱਜੇ ਹੋਏ ਨੇ, ਜਿਨ੍ਹਾਂ ਨੂੰ ਪਤਾ ਹੈ ਗੁਰੂ ਕੇ ਦੀਦਾਰ ਕੀ ਜੋਤ ਉਹੀ ਹੈ, ਜੁਗਤ ਜਿਹੜੀ ਹੈ ਉਹੀ ਹੈ, ਕੇਵਲ ਸਰੀਰ ਬਦਲਿਆ, ਜੋਤ ਉਹ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀ ਹੈ, ਕੇਵਲ ਮਾਲਕ ਦੀ ਕਾਇਆ ਬਦਲੀ ਹੈ, ਸਰੀਰ ਬਦਲਿਆ, ਗੁਰੂ ਨਹੀਂ ਜੇ ਬਦਲਿਆ। ਗੁਰੂ ਉਹੀ ਹੈ, ਉਹੀ ਜੋਤ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਰੂਪ ਵਿੱਚ ਜਿਹੜੇ ਜਗਤ ਵਿੱਚ ਪ੍ਰਗਟ ਸਨ, ਅੱਜ 6ਵੇਂ ਜਾਮੇ ਵਿੱਚ ਬਿਰਾਜਮਾਨ ਹਨ। ਜੋਤ ਸਭਨ ਗੁਰ ਏਕੋ ਰਹੈ, ਸਰੀਰ ਬਦਲਦੇ ਰਹੇ ਪਰ ਗੁਰੂ ਨਹੀਂ ਬਦਲਿਆ। ਸਾਰੇ ਗੁਰੂ ਸਾਹਿਬਾਨਾਂ ਵਿੱਚ ਇੱਕੋ ਹੀ ਜੋਤ ਸੀ, ਜਿਹੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹੀ ਜੋਤ 6ਵੇਂ ਪਾਤਸ਼ਾਹ 'ਚ ਹੈ। ਤੇ ਸੰਗਤ ਜੀ ਅੱਜ ਉਹ ਜੋਤ 10 ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ
ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਅੱਜ ਉਹ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪ੍ਰਤੱਖ ਤੌਰ ਤੇ ਬਿਰਾਜਮਾਨ ਹੈ। ਹਮਰੇ ਤੁਮਰੇ ਦੇਖਤ ਕਰੈ। ਸਿੱਖ ਛੇਵੇਂ ਪਾਤਸ਼ਾਹ ਦੇ ਵੇਲੇ ਬਚਨ ਕਰਦੇ ਨੇ ਕਿ ਗੁਰੂ ਨਾਨਕ ਦੀ ਜੋਤ ਛੇਵੇਂ ਜਾਮੇ ਵਿੱਚ ਹੁਣ ਵਿਚਰ ਰਹੀ ਹੈ। ਸਾਡੇ ਤੁਹਾਡੇ ਅਸੀਂ ਸਾਰੇ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ, ਸਤਿਗੁਰੂ ਆਮ ਮਨੁੱਖਾਂ ਵਾਂਗੂ ਸਾਡੇ ਸਾਹਮਣੇ ਵਿਚਰਦੇ ਹਨ। ਬੜ ਦੁਖ ਦੇ ਰੇ ਪ੍ਰਾਨਣ ਹਰੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਕਦੀ ਆਪਣੇ ਆਪੇ ਨੂੰ ਜਣਾਇਆ ਨਹੀਂ। ਵੇਖੋ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਚੰਦੂ ਦੀ ਹਵੇਲੀ ਵਿੱਚ ਵੱਡੇ ਭਿਆਨਕ ਕਸ਼ਟ ਉਹਨਾਂ ਨੇ ਝੱਲ ਲਏ, ਪਰ ਉਹਨਾਂ ਨੇ ਆਪਣਾ ਆਪ ਨਹੀਂ ਜਣਾਇਆ। ਜੇ ਸਤਿਗੁਰੂ ਪਾਤਸ਼ਾਹ ਆਪਣਾ ਆਪਾ ਜਨਾਦਨ ਚਾਹਣ ਤੇ ਸਾਡੇ ਤੁਹਾਡੇ ਵੇਖਦਿਆਂ ਵੇਖਦਿਆਂ ਇਹ ਵੱਡੇ ਪਾਪੀ ਚੰਦੂ ਨੂੰ ਦੁੱਖ ਦੇ ਕਰਕੇ ਉਹਦੇ ਪ੍ਰਾਣਾਂ ਦਾ ਨਾਸ਼ ਕਰ ਸਕਦੇ ਹਨ। ਹਮਕੋ ਨਿਸ਼ਚੈ ਇਹ ਵਿਸ਼ਵਾਸ। ਸਿੱਖ ਕਹਿੰਦੇ ਸਾਨੂੰ ਇਹ ਨਿਸ਼ਚਾ ਹੈ, ਗੁਰੂ ਤੇ ਭਰੋਸਾ ਹੈ। ਤੇ ਆ ਗੁਰੂ ਕੀ ਗੋਦ ਵਿੱਚ ਬੈਠੇ ਆ। ਜਦੋਂ ਵੀ ਅਰਦਾਸ ਹੁੰਦੀ ਹੈ ਨਾ, ਇਹ ਸਿੱਖ ਗੁਰੂ ਅੱਗੇ ਮੰਗ ਕਰਦਾ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ। ਇਹ ਵਿਸਾਹੋ, ਇਹ ਭਰੋਸਾ ਗੁਰੂ ਕੋਲੋਂ ਮੰਗਦੇ ਆ ਕਿ ਸਤਿਗੁਰੂ ਪਾਤਸ਼ਾਹ ਇਹ ਭਰੋਸਾ ਬਣਿਆ ਰਹੇ। ਉਹ ਸਿੱਖ ਕਹਿੰਦੇ ਸਾਨੂੰ ਭਰੋਸਾ ਹੈ, ਜੋ ਗੁਰੂ ਨੇ ਬਚਨ ਕਹੇ ਉਹ ਪੂਰੇ ਹੋਣਗੇ। ਅੱਜ ਵੀ ਸਿੱਖਾਂ ਨੂੰ ਵਿਸ਼ਵਾਸ ਹੈ, ਜੇ ਗੁਰੂ ਨੇ ਕਿਹਾ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਤੇ ਦੁਨੀਆ ਦੇ ਕੋਨੇ ਕੋਨੇ 'ਚ ਇਸ ਦਾ ਰਾਜ ਵੀ ਹੋਏਗਾ, ਪਰ ਉਹਦੇ ਵਾਸਤੇ ਖਾਲਸੇ ਅਸੀਂ ਸੱਜ ਜਾਈਏ। ਚਾਹੁੰਦੇ ਆ ਰਾਜ ਤੇ ਕਰੇਗਾ ਹੀ ਖਾਲਸਾ, ਪਰ ਖਾਲਸੇ ਤੇ ਅਸੀਂ ਬਣੀਏ, ਗੁਰੂ ਵਾਲੇ ਤੇ ਬਣੀਏ, ਗੁਰੂ ਨਾਲ ਤੇ ਜੁੜੀਏ। ਆਪੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸਭ ਬਖਸ਼ਿਸ਼ਾਂ ਕਰਨੀਆਂ ਨੇ। ਤੇ ਸਤਿਗੁਰੂ ਦੇ ਪਿਆਰ ਵਾਲੇ ਸਿੱਖ ਉਦੋਂ ਕਹਿੰਦੇ ਸਾਨੂੰ ਵਿਸ਼ਵਾਸ ਹੈ, ਜੇ ਗੁਰੂ ਸਾਹਿਬ ਨੇ ਕਿਹਾ ਇਸ ਚੰਦੂ ਪਾਪੀ ਨੂੰ ਸਜ਼ਾ ਦਿੱਤੀ ਜਾਵੇਗੀ, ਤੇ ਸਤਿਗੁਰੂ ਪਾਤਸ਼ਾਹ ਇਸ ਵੱਡੇ ਪਾਪੀ ਨੂੰ ਯੋਗ ਸਜ਼ਾ ਜ਼ਰੂਰ ਦੇਣਗੇ। ਸਾਨੂੰ ਗੁਰੂ ਦੇ ਬਚਨਾਂ ਤੇ ਪੂਰਾ ਭਰੋਸਾ ਹੈ। ਚੰਦੂ ਹਤੈ ਸ਼ਾਹ ਕੇ ਪਾਸ। ਭਾਵੇਂ ਕੋਈ ਵੀ ਬਾਦਸ਼ਾਹ ਹੋਵੇ, ਚੰਦੂ ਵਰਗੇ ਪਾਪੀ ਨੂੰ ਭਾਵੇਂ ਕਿੰਨਾ ਨਿਕਟਵਰਤੀ ਹੋਵੇ ਬਾਦਸ਼ਾਹ ਦੇ, ਇਹ ਹੁਣ ਗੁਰੂ ਸਾਹਿਬ ਤੋਂ ਬਚ ਨਹੀਂ ਸਕਦਾ ਹੈ। ਏਮ ਸਿੱਖ ਮਿਲ ਕਰ ਬਚਨ ਉਚਾਰੈ। ਇਸ ਤਰ੍ਹਾਂ ਪਿਆਰ ਵਾਲੇ ਸਿੱਖ ਗੁਰੂ ਤੇ ਭਰੋਸਾ ਰੱਖਣ ਵਾਲੇ ਗੱਲ ਕਰਦੇ ਨੇ, ਬਚਨ ਕਰਦੇ ਨੇ, ਜਿਨ੍ਹਾਂ ਨੂੰ ਯਕੀਨ ਹੈ ਗੁਰੂ ਤੇ। ਗੁਰ ਸ਼ਰਧਾ ਤਰ ਕੋਏ ਨ ਧਾਰੈ। ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਹੈ ਉਹ ਵਿਸ਼ਵਾਸ ਰੱਖਦੇ ਨੇ ਗੁਰੂ ਕੇ ਬਚਨਾਂ 'ਚ। ਜਿਹੜੇ ਕੇਵਲ ਦਿਖਾਵੇ ਮਾਤਰ ਹੀ ਸੀਸ ਝੁਕਾਉਂਦੇ ਨੇ, ਉਹ ਤਰਕ ਕੁਤਰਕ ਦੇ ਵਿੱਚ ਪੈ ਕੇ ਕਈ ਪ੍ਰਕਾਰ ਦੀਆਂ ਗੱਲਾਂ ਸਤਿਗੁਰਾਂ ਦੇ ਬਚਨਾਂ ਤੇ ਵੀ ਸ਼ੰਕਾ ਮਨ ਵਿੱਚ ਕਰ ਲੈਂਦੇ ਹਨ। ਸ਼ੰਕਾ ਅਸ਼ਰਧਾ ਦੇ ਵਿੱਚ ਆ ਕਰਕੇ ਪ੍ਰਗਟ ਹੁੰਦਾ ਹੈ। ਜਿਹਦੇ ਅੰਦਰ ਵਿਸ਼ਵਾਸ ਭਰੋਸਾ ਹੈ ਉਹ ਕਦੀ ਗੁਰੂ ਕੇ ਬਚਨਾਂ ਤੇ ਸ਼ੰਕਾ ਨਹੀਂ ਕਰਦਾ ਹੈ। ਵਿਚਰਤ ਸੁਧ ਚੰਦੂ ਤਬ ਸੁਨੀ। ਇਸ ਤਰ੍ਹਾਂ ਸੰਗਤਾਂ ਵਿੱਚ ਤੇ ਚਰਚਾ ਫੈਲੀ ਹੈ, ਪਰ ਜਦੋਂ ਸੰਗਤਾਂ ਵਿੱਚ ਚਰਚਾ ਚੱਲੇਗੀ ਤੇ ਹੌਲੀ ਹੌਲੀ ਕਰਕੇ ਚੰਦੂ ਪਾਪੀ ਤੱਕ ਵੀ ਪਹੁੰਚ ਗਈ। ਉਹਨੇ ਆਪਣੇ ਕੰਨਾਂ ਨਾਲ ਸੰਗਤਾਂ ਵਿੱਚ ਹੋਣ ਵਾਲੀ ਚਰਚਾ ਜਦੋਂ ਸੁਣੀ, ਬਹੁਤ ਬਸੂਰਤ ਮੁੰਡੀ ਧੁਨੀ। ਉਹ ਆਪਣੇ ਮਨ ਕਰਕੇ ਆਪਣੇ ਸਿਰ ਧੁੰਨ ਕੇ, ਸਿਰ ਫੇਰ ਕੇ, ਫੜ ਕੇ ਬੜਾ ਪਰੇਸ਼ਾਨ ਹੁੰਦਾ ਹੈ ਕਿ ਇਹ ਬੜਾ ਮਨ ਵਿੱਚ ਚਿੰਤਾ ਵੀ ਹੈ, ਬੜਾ ਝੂਰਦਾ ਹੈ ਮਨ ਦੇ ਵਿੱਚ। ਗੁਰ ਸੁਤ ਭਇਓ ਮਹਿਤ ਬਲਵਾਨਾ। ਤੇ ਪਤਾ ਲੱਗਦਾ ਹੈ ਉਹਨੂੰ ਕਿ ਗੁਰੂ ਸਾਹਿਬ ਦਾ ਪੁੱਤਰ ਬਹੁਤ ਬਲਵਾਨ ਹੋ ਗਿਆ ਹੈ। ਤੁਮ ਹਤਨੇ ਹਿਤ ਪ੍ਰਣੈ ਬਖਾਨਾ। ਤੇ ਕਿਸੇ ਨੇ ਦੱਸਿਆ ਕਿ ਇਹੋ ਜਿਹੇ ਭਾਰੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਤੈਨੂੰ ਪਾਪੀ ਨੂੰ ਸਜ਼ਾ ਦੇਣਗੇ। ਬਹੁਤ ਸਪਤ ਖਾਈ ਸੁਨ ਕਰ ਕੈ। ਕਿ ਸੰਗਤ ਵਿੱਚ ਕੀਤੇ ਹੋਏ ਇਹ ਬਚਨ ਜਿਹੜੇ ਨੇ ਜਦੋਂ ਇਹਦੇ ਕੰਨਾਂ ਵਿੱਚ ਪਹੁੰਚੇ ਹਨ, ਇਸ ਪਾਪੀ ਨੂੰ ਪਤਾ ਲੱਗਦਾ ਹੈ ਹਤੋਂ ਕੁਮਿੱਤਰ ਛਤਰ ਕੈ ਧਰ ਕੈ। ਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਭੈੜੀ ਮੌਤ ਦੇ ਕੇ ਇਸ ਪਾਪੀ ਨੂੰ ਸਜ਼ਾ ਦਿੱਤੀ ਜਾਵੇਗੀ ਇਹਦੇ ਕੁਕਰਮਾਂ ਦੀ। ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਕੀਤੇ ਹਨ। ਕੇਤਕ ਬਰਖ ਬਿਤੇ ਦੁਖ ਭਰੈ। ਜਦੋਂ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ ਹੋਏ ਸਨ, ਇੱਧਰ ਕਈ ਬਰਖ ਬੀਤ ਗਏ ਨੇ। ਇਹ ਚੰਦੂ ਪਾਪੀ ਉਸੇ ਤਰ੍ਹਾਂ ਹੁਣ ਗੁਰੂ ਸਾਹਿਬ ਦੇ ਪ੍ਰਤੀ ਛੇਵੇਂ ਪਾਤਸ਼ਾਹ ਦੇ ਬੋਲਾਂ ਨੂੰ ਚਿਤਾਰ ਚਿਤਾਰ ਕੇ ਕਿ ਉਹਨਾਂ ਨੇ ਮੈਨੂੰ ਸਜ਼ਾ ਦੇਣੀ ਹੈ, ਮਨ ਵਿੱਚ ਡਰਦਾ ਵੀ ਹੈ
ਤੇ ਬੜਾ ਦੁਖੀ ਤੇ ਬੜਾ ਪਰੇਸ਼ਾਨ ਹੁੰਦਾ ਹੈ। ਗਿਣਤੀ ਚਿੰਤਾ ਬਹੁ ਬਿਦ ਕਰੈ, ਮਨ ਵਿੱਚ ਬੜਾ ਚਿੰਤਾ ਦਾ ਰੋਗ ਇਹਦੇ ਵਧਿਆ ਸੀ, ਬੜਾ ਪਰੇਸ਼ਾਨੀ ਦੀ ਹਾਲਤ ਵਿੱਚ। ਹਰਿ ਗੋਬਿੰਦ ਕੋ ਗਹਿ ਕਰ ਕੈਸੇ, ਤੇ ਮਨ ਵਿੱਚ ਸੋਚਦਾ ਹੈ ਜੇ ਮੈਂ ਪੰਜਵੇਂ ਪਾਤਸ਼ਾਹ ਨੂੰ ਪਕੜ ਕੇ ਸ਼ਹੀਦ ਕੀਤਾ, ਕਿਤੇ ਮੌਕਾ ਮਿਲ ਜਾਏ ਮੈਂ ਛੇਵੇਂ ਰੂਪ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਪਕੜ ਲਵਾਂ। ਦਿਉ ਸਜਾਏ ਹਤੋਂ ਪਿਤ ਜੈਸੇ, ਕੋਈ ਮੌਕਾ ਬਣ ਜਾਏ ਜਿਵੇਂ ਪੰਜਵੇਂ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਬਿਠਾਇਆ, ਇਦਾਂ ਦੀ ਕੋਈ ਸਜ਼ਾ ਦੇ ਕੇ ਪਿਤਾ ਵਾਂਗੂ ਪੁੱਤਰ ਨੂੰ ਵੀ ਮੈਂ ਇਸੇ ਤਰੀਕੇ ਨਾਲ ਖਤਮ ਕਰਾਂ। ਕਹਿ ਮਾਨੈ ਮਮ ਦੁਹਤਾ ਵਿਆਹ, ਤੇ ਜਾਂ ਮੈਂ ਫਿਰ ਉਹਨਾਂ ਨੂੰ ਆਪਣੀ ਗੱਲ ਮਨਵਾ ਕੇ ਆਪਣੀ ਧੀ ਦਾ ਰਿਸ਼ਤਾ ਕਰ ਲਵਾਂ। ਕਹਿ ਡਰ ਪੈ ਹੈ ਅਬ ਉਰਮਾਹੇ, ਵੇਖਾਂ ਤੇ ਸਹੀ ਕਿ ਕਿਸੇ ਨੇ ਲੋਕਾਂ ਨੇ ਗੱਲਾਂ ਹੀ ਕੀਤੀਆਂ ਨੇ ਕਿ ਏਡਾ ਵੱਡਾ ਮੈਂ ਕਾਰਜ ਕੀਤਾ ਹੋਵੇ ਜਿਹਦੇ ਪਿਤਾ ਨੂੰ ਮੈਂ ਏਡੇ ਕਸ਼ਟ ਦਿੱਤੇ ਹੋਣ, ਉਹਦਾ ਪੁੱਤਰ ਤੇ ਵੈਸੇ ਹੀ ਡਰ ਡਰ ਕੇ ਮੇਰੇ ਨਾਂ ਤੋਂ ਕੰਬਦਾ ਹੋਵੇਗਾ। ਉਹਨਾਂ ਦੇ ਮਨ ਵਿੱਚ ਤੇ ਮੇਰਾ ਡਰ ਹੋਣਾ ਚਾਹੀਦਾ ਹੈ, ਪਰ ਲੋਕ ਕਹਿੰਦੇ ਉਹਨਾਂ ਦੇ ਮਨ ਵਿੱਚ ਡਰ ਕੋਈ ਨਹੀਂ, ਉਹ ਪਰਵਾਹ ਕੋਈ ਨਹੀਂ ਕਰਦੇ, ਉਹ ਤੇ ਤੈਨੂੰ ਤੇਰੀ ਸਜ਼ਾ ਦੇਣ ਵਾਸਤੇ ਤਿਆਰੀ ਕਰਕੇ ਬੈਠੇ ਆ। ਇਹ ਮਨ ਵਿੱਚ ਵਿਚਾਰਦਾ ਹੈ, ਵੇਖਾਂ ਤੇ ਸਹੀ ਮੇਰੇ ਪ੍ਰਤੀ ਉਹਨਾਂ ਦੇ ਮਨ ਵਿੱਚ ਡਰ ਹੈ ਕਿ ਨਹੀਂ ਹੈ। ਪਿਤ ਕੀ ਗਤ ਕੋ ਹਿਰਦੈ ਵਿਚਾਰ ਰਹੇ, ਜੇ ਤੇ ਪਿਤਾ ਦੀ ਅਵਸਥਾ ਨੂੰ ਹਿਰਦੇ ਵਿੱਚ ਵਿਚਾਰਨਗੇ ਤੇ ਡਰ ਕੇ ਰਹਿਣਗੇ। ਹੋਏ ਸੰਬੰਧ ਸਰਬ ਡਰ ਡਰ ਹੈ, ਤੇ ਇਸ ਤਰ੍ਹਾਂ ਕਰਕੇ ਉਹ ਡਰਦੇ ਹੋਏ ਮੇਰੇ ਨਾਲ ਸੰਬੰਧ ਜੋੜ ਲੈਣਗੇ ਕਿ ਜੇ ਮੈਂ ਜਿਵੇਂ ਉਹਨਾਂ ਨੂੰ ਆਖਾਂਗਾ ਉਸ ਤਰੀਕੇ ਦੇ ਨਾਲ ਕਰ ਲੈਣਗੇ ਤੇ ਮੇਰੇ ਨਾਲ ਉਹ ਸੰਬੰਧ ਜਿਹੜਾ ਰਿਸ਼ਤਾ ਉਹਨਾਂ ਦਾ ਬਣ ਜਾਵੇਗਾ। ਇੱਕ ਦਿਨ ਨਿਜ ਦਾਰਾ ਕੈ ਸੰਗ, ਇਸ ਤਰ੍ਹਾਂ ਵਿਚਾਰ ਕਰਦਿਆਂ ਇਹ ਚੰਦੂ ਪਾਪੀ ਇੱਕ ਦਿਨ ਆਪਣੀ ਘਰ ਵਾਲੀ ਦੇ ਕੋਲ ਬੈਠਾ ਹੈ। ਕਹਿਓ ਗੁਰੂ ਕੋ ਅਖਲ ਪ੍ਰਸੰਗ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਾਰਾ ਪ੍ਰਸੰਗ ਦੱਸਿਆ ਕਿ ਇਦਾਂ ਉਹਨਾਂ ਰਿਸ਼ਤਾ ਮੋੜਿਆ ਸੰਗਤ ਦੇ ਕਹਿਣ ਤੇ। ਇਦਾਂ ਮੇਰੇ ਮੁਖ ਚੋਂ ਮਾੜੇ ਬੋਲ ਜਿਹੜੇ ਬੋਲੇ ਗਏ ਸਨ, ਗੁਰੂ ਸਾਹਿਬ ਨੂੰ ਪਤਾ ਲੱਗੇ ਰਿਸ਼ਤਾ ਮੁੜਿਆ। ਮੈਂ ਫਿਰ ਸੁਲਭੀ ਖਾਂ ਵਰਗਿਆਂ ਰਾਹੀਂ ਵੀ ਸਾਜ਼ਿਸ਼ਾਂ ਘੜੀਆਂ, ਪ੍ਰਿਥੀ ਚੰਦ ਰਾਹੀਂ ਸਾਜ਼ਿਸ਼ਾਂ ਘੜੀਆਂ, ਕਾਮਯਾਬ ਨਾ ਹੋਇਆ ਤੇ ਇਦਾਂ ਦੀ ਸਾਜ਼ਿਸ਼ ਘੜ ਕੇ ਗੁਰੂ ਅਰਜਨ ਸਾਹਿਬ ਨੂੰ ਕਸ਼ਟ ਦੇ ਕੇ ਮੈਂ ਸ਼ਹੀਦ ਕੀਤਾ। ਸਾਰਾ ਪ੍ਰਸੰਗ ਉਹਨੇ ਦੱਸਣਾ ਕੀਤਾ ਕਿ ਅੱਗੇ ਹੁਣ ਗੁਰੂ ਹਰਗੋਬਿੰਦ ਸਾਹਿਬ ਮੇਰੇ ਨਾਲ ਇਸ ਤਰ੍ਹਾਂ ਦਾ ਵੈਰ ਦਾ ਬਦਲਾ ਲੈਣਾ ਚਾਹੁੰਦੇ ਹਨ। ਬਹੁ ਸਜਾਏ ਦੇ ਰਹਿਓ ਮਨਾਏ, ਕਿ ਮੈਂ ਬੜਾ ਸਜ਼ਾ ਦੇ ਕੇ ਬੜੇ ਕਸ਼ਟ ਦੇ ਕੇ ਗੁਰੂ ਜੀ ਨੂੰ ਮਨਾਉਣਾ ਚਾਹਿਆ ਸੀ, ਨਹੀਂ ਵਿਆਹ ਸੁਤ ਮਨ ਮੈਂ ਲਿਆਏ। ਪਰ ਆਪਣੇ ਪੁੱਤਰ ਦਾ ਵਿਆਹ ਕਰਨ ਵਾਸਤੇ ਉਹਨਾਂ ਬਿਲਕੁਲ ਮੇਰੇ ਨਾਲ ਕੋਈ ਵਿਚਾਰ ਨਹੀਂ ਕੀਤਾ। ਅਬ ਤੇ ਸੁਤ ਪਿਤ ਬੈਰ ਸੰਭਾਰੈ, ਹੁਣ ਪਿਤਾ ਤੇ ਸ਼ਹੀਦ ਹੋ ਗਿਆ, ਹੁਣ ਉਹਨਾਂ ਦਾ ਪੁੱਤਰ ਜਿਹੜਾ ਹੈ ਪਿਓ ਦਾ ਵੈਰ ਸੰਭਾਲ ਕੇ ਬੈਠਾ ਹੈ। ਮੋਕੋ ਚਾਹਤ ਕਰਨ ਸੰਗਾਰੈ, ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਹੁਣ ਉਹ ਮੈਨੂੰ ਖਤਮ ਕਰਨਾ ਚਾਹੁੰਦੇ ਹਨ। ਭਾਗਹੀਨ ਦੁਹਤਾ ਅਸ ਭਈ, ਮੇਰੀ ਜਿਹੜੀ ਪੁੱਤਰੀ ਤੇ ਵਾਕਈ ਭਾਗਾਂ ਤੋਂ ਹੀਣੀ ਹੋ ਗਈ ਹੈ। ਅਖਲ ਜਾਤ ਮੈਂ ਮਮ ਪਤ ਗਈ, ਸਾਰੀ ਜਾਤ ਬਰਾਦਰੀ ਵਿੱਚ ਵੀ ਮੇਰੀ ਇੱਜ਼ਤ ਪਤ ਜਾਂਦੀ ਰਹੀ ਹੈ। ਇਤਨੇ ਯਤਨ ਕਰੇ ਬਹੁ ਤੇਰਾ, ਬੜਾ ਮੈਂ ਯਤਨ ਕੀਤਾ ਆਪਣੀ ਗੱਲ ਮਨਵਾਉਣ ਵਾਸਤੇ, ਵਿਆਹ ਨਾ ਬਨਿਓ ਕਤੋ ਇਸ ਕੇਰਾ। ਪਰ ਮੇਰੀ ਧੀ ਦਾ ਰਿਸ਼ਤਾ ਜਿਹੜਾ ਸੀ ਇਹ ਹੋ ਨਾ ਸਕਿਆ, ਇਹ ਗੱਲਬਾਤ ਬਣ ਨਾ ਸਕੀ। ਸੁਨਤ ਭਾਰਜਾ ਨੇ ਸਮਝਾਵਾ, ਇਸ ਤਰ੍ਹਾਂ ਆਪਣੇ ਪਤੀ ਚੰਦੂ ਦੇ ਕੋਲੋਂ ਸਾਰੀ ਗੱਲ ਸੁਣ ਕੇ ਚੰਦੂ ਦੀ ਘਰ ਵਾਲੀ ਆਪਣੇ ਪਤੀ ਨੂੰ ਸਮਝਾਉਂਦੀ ਹੈ। ਪ੍ਰਥਮ ਕਵਾਕ ਆਪ ਤੈ ਗਾਵਾ, ਕਹਿਣ ਲੱਗੇ ਹੁਣ ਤੁਹਾਨੂੰ ਕੀ ਮੈਂ ਆਖਾਂ, ਪਹਿਲਾਂ ਭੈੜੇ ਬੋਲ ਤੇ ਤੁਸਾਂ ਹੀ ਬੋਲੇ ਸੀ ਕਿ ਗੁਰੂ ਨਾਨਕ ਦੇ ਘਰ ਨੂੰ ਨੀਵਾਂ ਤੇ ਆਪਣੇ ਨੂੰ ਉੱਚਾ ਦੱਸਿਆ ਸੀ, ਗੁਰੂ ਘਰ ਨੂੰ ਮੋਰੀ ਤੇ ਆਪਣੇ ਨੂੰ ਚੁਬਾਰਾ ਆਖਿਆ ਸੀ। ਭੈੜੇ ਬੋਲ ਗੁਰੂ ਘਰ ਦੇ ਪ੍ਰਤੀ ਤੁਸਾਂ ਹੀ ਤੇ ਬੋਲੇ ਸਨ, ਤਿਸ ਤੇ ਵਧਿਓ ਵਿਰੋਧ ਵਿਸਾਲਾ। ਜਿਸ ਕਾਰਨ ਕਰਕੇ ਤੁਹਾਡੇ ਮਾੜੇ ਬੋਲਾਂ ਕਰਕੇ ਇਹ ਵਿਰੋਧ ਹੌਲੀ ਹੌਲੀ ਵੱਧਦਾ ਗਿਆ। ਸਿੱਖ ਕੀ ਸੁਤਾ ਨੁਖਾ ਕੇ ਕਾਲਾ, ਕਹਿਣ ਲੱਗੇ ਫਿਰ ਸਿੱਖ ਦੀ ਧੀ ਜਿਹੜੀ ਸਾਡੀ ਨੂੰਹ ਸੀ ਉਹ ਵੀ ਗੁਰੂ ਅਰਜਨ ਸਾਹਿਬ ਦੇ ਭਿਆਨਕ ਕਸ਼ਟ ਨਾ ਵੇਖ ਕਰਕੇ ਉਹ ਵੀ ਚੜ੍ਹਾਈ ਕਰ ਗਈ ਸੀ। ਜਗਤ ਗੁਰੂ ਤਿਨ ਮਾਨ ਵਡੇਰਾ, ਜਿਹੜੇ ਗੁਰੂ ਸਾਹਿਬ ਨੂੰ ਸਾਰਾ ਜਗਤ ਗੁਰੂ ਕਰਕੇ ਮਾਣ ਕਰਦਾ ਹੈ, ਗੁਰੂ ਦਾ ਤੇ ਸਾਰੇ ਹੀ ਸਤਿਕਾਰ ਕਰਦੇ ਹਨ। ਨਹੀਂ ਸਹਾਰ ਸਕੇ ਬਚ ਤੇਰਾ, ਕਹਿਣ ਲੱਗੇ ਉਹ ਜਿਹੜੀ ਤਾਂ ਘਰ ਵਾਲੀ ਚੰਦੂ ਪਾਪੀ ਦੀ ਦੱਸਦੀ ਹੈ ਕਿ ਤੇਰੀ ਨੂੰਹ ਜਿਹੜੀ ਹੈ ਉਹ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਇਹ ਅਵਸਥਾ ਨਹੀਂ ਸੀ ਵੇਖ ਸਕੀ। ਤੇ ਜਿਹੜੇ ਸਿੱਖ ਨੇ ਇਹ ਵੀ ਗੁਰੂ ਸਾਹਿਬ ਦੇ ਨਾਲ ਪਿਆਰ ਕਰਨ ਵਾਲੇ ਸਾਰੇ ਮਾਣ ਕਰਦੇ ਹਨ। ਅਬ ਪੀ ਤਿਸ ਕੋ ਪੁੱਤਰ ਬਿਲੰਦ, ਹੁਣ ਉਹਨਾਂ ਦਾ ਜਿਹੜਾ ਪੁੱਤਰ ਹੈ ਬੜਾ ਬਲਵਾਨ ਬੜਾ ਯੋਧਾ ਹੈ। ਸੁਨਿਓ ਨਾਮ ਸ੍ਰੀ ਹਰਗੋਬਿੰਦ, ਸੁਣਿਆ ਹੈ ਉਹਨਾਂ ਦਾ ਨਾਮ ਹੈ ਸ਼੍ਰੀ ਹਰਗੋਬਿੰਦ ਜੀ, ਸਾਰੇ ਸ਼੍ਰੀ ਗੁਰੂ
ਹਰ ਗੋਬਿੰਦ ਸਾਹਿਬ ਕਹਿੰਦੇ ਹਨ। ਕਰੋ ਸੰਨ ਜੈਸੇ ਬਨ ਆਵੈ। ਆਪਣੇ ਪਤੀ ਨੂੰ ਸਮਝਾਉਂਦੀ ਕੋਈ ਵੀ ਤਰੀਕਾ ਬਣ ਕੇ ਕੋਈ ਸੰਧੀ ਹੋ ਜੇ, ਕੋਈ ਮੇਲ ਬਣ ਜਾਵੇ, ਮਾਨੈ ਵਿਆਹ ਸਦਨ ਲੈ ਜਾਵੈ। ਕੋਈ ਗੱਲਬਾਤ ਕਰਕੇ ਵੇਖੋ ਕਿਤੇ ਉਹੀ ਸਾਡੀ ਬੱਚੀ ਦਾ ਰਿਸ਼ਤਾ ਪ੍ਰਵਾਨ ਕਰ ਲੈਣ। ਬਿਨੈ ਕਰੋ ਭੇਜੋ ਕਰ ਜੋਰ। ਹੱਥ ਜੋੜ ਕੇ ਬੇਨਤੀ ਕਰੋ, ਕਿਤੇ ਹੱਥ ਤਰਲਾ ਹੀ ਉਹਨਾਂ ਦੇ ਅੱਗੇ ਮਾਰਨਾ ਕਰੋ। ਤਜੋ ਦੀਵਾਨੀ ਕੋ ਉਰਜੋਰ। ਪਰ ਬੇਨਤੀ ਕਰ ਲੱਗਿਆ ਦੀਵਾਨੀ ਦਾ ਮਾਣ ਹੰਕਾਰ ਨਾ ਮਨ ਵਿੱਚ ਰੱਖਿਓ। ਮਾਨ ਲੈ ਇਮ ਜਤਨ ਰਚੀਜਹਿ। ਜੇ ਕਿਤੇ ਇਸ ਤਰੀਕੇ ਨਾਲ ਤੁਹਾਡੀ ਗੱਲ ਮੰਨ ਲੈਣ ਤੇ ਫਿਰ ਕੰਮ ਸੌਖਾ ਹੋ ਸਕਦਾ ਹੈ। ਆਛੇ ਨਰਨ ਪਠਾਵਨ ਕੀਜਹਿ। ਕੋਈ ਸਿਆਣੇ ਬੰਦੇ ਜਿਹੜੇ ਨੇ ਉਹਨਾਂ ਦੇ ਕੋਲ ਭੇਜਣਾ ਕਰੋ। ਜੋ ਪ੍ਰਸੰਨ ਜਿਮ ਕਿਮ ਤਿਨ ਕਰੈ। ਕਿਸੇ ਤਰੀਕੇ ਨਾਲ ਗੱਲਾਂ ਬਾਤਾਂ ਰਾਹੀਂ ਉਹਨਾਂ ਨੂੰ ਆਪਣੇ ਵੱਲ ਦਾ ਸਿਆਣੇ ਬੰਦੇ ਜਾ ਕੇ ਕਰਨਾ ਕਰਨ, ਕੋਈ ਗੱਲਬਾਤ ਕਰਨ ਜਾ ਕੇ। ਜਿਸ ਤੇ ਪਿਤਾ ਬੈਰ ਕੋ ਹਰੈ। ਕਿਸੇ ਤਰੀਕੇ ਨਾਲ ਜਿਵੇਂ ਕਿਵੇਂ ਵੀ ਹੋ ਸਕੇ ਮੇਲ ਬਣ ਜਾਏ ਸਾਡਾ ਉਹਨਾਂ ਦੇ ਨਾਲ, ਤੇ ਜਿਸ ਤਰ੍ਹਾਂ ਉਹ ਆਪਣੇ ਪਿਤਾ ਦਾ ਇਹ ਵੈਰ ਭੁੱਲ ਜਾਣ। ਨਤ ਤੁਰਕੇਸ਼ਰ ਕੋ ਵਿਸ਼ਵਾਸ। ਬਾਕੀ ਇਹ ਤੁਰਕਾਂ ਦੇ ਬਾਦਸ਼ਾਹ ਦਾ, ਮੁਗਲ ਬਾਦਸ਼ਾਹ ਦਾ ਕਿਸੇ ਨੂੰ ਕੋਈ ਵਿਸ਼ਵਾਸ ਨਹੀਂ ਹੈ। ਕਾਂ ਕਰਤਾ ਹੈ ਤਜ ਉਰਿਆਸ। ਜਿਹੜੇ ਆਸਾਂ ਲਾ ਕੇ ਬੈਠੇ ਨੇ, ਆਸਾਂ ਤੇ ਪਾਣੀ ਫਿਰ ਜਾਂਦਾ ਹੈ, ਕਿਉਂਕਿ ਇਹਨਾਂ ਦਾ ਕੋਈ ਭਰੋਸਾ ਵਿਸ਼ਵਾਸ ਨਹੀਂ। ਅੱਜ ਤੁਹਾਡੇ ਨਾਲ ਹੈ, ਕੱਲ ਕਿਸੇ ਹੋਰ ਨਾਲ ਹੋ ਜਾਣ। ਇਹ ਕਦੋਂ ਮੌਕਾ ਵੇਖ ਕਰਕੇ ਦਲ ਬਦਲ ਜਾਣ, ਇਹਦਾ ਕੋਈ ਭਰੋਸਾ ਨਹੀਂ ਕਦੋਂ ਤੱਕ ਇਹ ਤੁਹਾਡੀ ਰਾਖੀ ਕਰੇ। ਜਾਂ ਹੋ ਸਕਦਾ ਹੈ ਆਪਣੇ ਫਾਇਦੇ ਵਾਸਤੇ ਇਹ ਦੂਜੇ ਪਾਸੇ ਵੀ ਤੁਹਾਡਾ ਨੁਕਸਾਨ ਵੀ ਕਰਾ ਦੇ, ਕਿਉਂਕਿ ਰਾਜਨੀਤਿਕ ਬੰਦੇ ਇਸ ਤਰ੍ਹਾਂ ਕਰਦੇ ਨੇ, ਜਦੋਂ ਤੱਕ ਕਿਸੇ ਨਾਲ ਫਾਇਦਾ ਹੋਵੇ ਉਹਨੂੰ ਆਪਣਾ ਬਣਾ ਕੇ ਰੱਖਦੇ, ਪਰ ਜੇ ਆਪਣੇ ਫਾਇਦੇ ਵਾਸਤੇ ਕਿਸੇ ਆਪਣੇ ਦਾ ਨੁਕਸਾਨ ਕਰਨਾ ਚਾਹਵੇ ਉਹ ਵੀ ਕਰ ਲੈਂਦੇ, ਪਰ ਆਪਣੇ ਆਪ ਨੂੰ ਸਲਾਮਤ ਰੱਖਦੇ। ਤੇ ਇਹ ਚੰਦੂ ਦੀ ਘਰ ਵਾਲੀ ਕਹਿੰਦੀ ਇਹਨਾਂ ਦਾ ਬਾਦਸ਼ਾਹ ਦਾ ਵੀ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪਠੋ ਬਿਨੈ ਪਨ ਸੁਦਾ ਸਗਾਈ। ਇਸ ਕਰਕੇ ਬੰਦੇ ਭੇਜੋ ਰਿਸ਼ਤਾ ਕਰਨ ਵਾਸਤੇ, ਸਗਾਈ ਫੇਰ ਭੇਜਣੀ ਕਰੋ। ਸੁਨ ਤ੍ਰੀ ਤੇ ਚੰਦੂ ਚਿਤ ਆਈ। ਆਪਣੀ ਘਰ ਵਾਲੀ ਕੋ ਇਹੋ ਜੀਆਂ ਗੱਲਾਂ ਸੁਣ ਕਰਕੇ ਚੰਦੂ ਨੇ ਮਨ ਵਿੱਚ ਵਿਚਾਰ ਕੀਤੀ। ਆਛੀ ਕਹਿ ਕਰਨ ਇਮ ਬਨੈ। ਕਿ ਜਿਹੜੀ ਗੱਲ ਤੂੰ ਕੀਤੀ ਹੈ ਗੱਲ ਤੇ ਸਿਆਣੀ ਹੈ, ਮੈਨੂੰ ਇਦਾਂ ਹੀ ਕਰਨਾ ਚਾਹੀਦਾ ਹੈ। ਜੋ ਅਬ ਵਿਆਹ ਕਰਨ ਮਨ ਮਨੈ। ਕਿ ਜਿਸ ਤਰ੍ਹਾਂ ਇਹ ਵਿਆਹ ਹੋ ਸਕੇ, ਸਾਡੀ ਧੀ ਦਾ ਰਿਸ਼ਤਾ ਬਣ ਜਾਵੇ। ਇਕ ਤੋ ਸੁਤਾ ਪਾਏ ਪਤ ਭਾਰੀ। ਇੱਕ ਤੇ ਸਾਡੀ ਪੁੱਤਰੀ ਨੂੰ ਵੱਡਾ ਸਿਆਣਾ ਇਹ ਭਾਰੀ ਪਤੀ ਮਿਲ ਜਾਏਗਾ, ਮਹਾਨ ਪਤੀ ਮਿਲ ਜਾਏਗਾ। ਮਿਟੈ ਦੋਸ਼ ਜੋ ਰਹਿਣ ਕੁਮਾਰੀ। ਫਿਰ ਸਾਡੀ ਬੱਚੀ ਕੁਆਰੀ ਰਹਿਣ ਦੇ ਦੋਸ਼ ਤੋਂ ਬਚ ਜਾਵੇਗੀ। ਦੁਤੀਏ ਮਾਰਨ ਹੇਤ ਉਪਾਏ। ਫਿਰ ਜਿਹੜਾ ਉਹਨਾਂ ਵੱਲੋਂ ਮੈਨੂੰ ਖਤਮ ਕਰਨ ਦਾ ਤੇ ਮੇਰੇ ਵੱਲੋਂ ਉਹਨਾਂ ਨੂੰ ਮਾਰਨ ਦਾ ਜਿਹੜਾ ਮੈਂ ਹੀਲਾ ਵਸੀਲਾ ਵਰਤ ਰਿਹਾ ਹਾਂ, ਗੌਰ ਨਾ ਕਰੇ ਤਰਾਸ ਮਿਟ ਜਾਏ। ਫਿਰ ਇਹ ਹੀਲੇ ਮੁੱਕ ਜਾਣਗੇ, ਸਾਰੇ ਡਰ ਵੀ ਮੁੱਕ ਜਾਣਗੇ। ਘਰ ਤੇ ਨਿਕ ਸਭਾ ਮੈਂ ਆਇਓ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਘਰ ਵਾਲੀ ਨਾਲ ਗੱਲ ਕਰਕੇ ਉਹ ਫਿਰ ਇੱਥੋਂ ਨਿਕਲ ਕਰਕੇ ਫਿਰ ਸਭਾ ਦੇ ਵਿੱਚ ਜਿਹੜਾ ਸੀ ਪਹੁੰਚ ਗਿਆ। ਗੁਰਦੇਸ਼ ਚਿੰਤਾ ਮੈਂ ਚਿਤ ਲਾਇਓ। ਉਸ ਵਕਤ ਗੁਰੂ ਸਾਹਿਬ ਵਾਲੇ ਪਾਸੇ ਧਿਆਨ ਰੱਖ ਕਰਕੇ ਮਨ ਵਿੱਚ ਚਿੰਤਾ ਦੇ ਸਾਗਰ ਦੇ ਵਿੱਚ ਹੈ। ਜੋ ਆਛੇ ਨਰ ਕੀਨ ਸਤਿਆਰੂ। ਫਿਰ ਉਹਨੇ ਕੁਝ ਬੰਦੇ ਜਿਹੜੇ ਨੇ ਤਿਆਰ ਕੀਤੇ ਨੇ, ਜਿਹੜੇ ਬੜੇ ਸਿਆਣੇ ਸਨ। ਲਿਖੀ ਪੱਤਰਕਾ ਬਹੁ ਵਿਸਤਾਰੂ। ਤੇ ਇੱਕ ਚਿੱਠੀ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਵਾਲੇ ਪਾਸੇ ਲਿਖਦਾ ਹੈ। ਬੈਰ ਅਕਾਰਨ ਪਿਤਾ ਤੁਮਹਾਰੇ। ਕਿ ਤੁਹਾਡੇ ਪਿਤਾ ਨੇ ਅਕਾਰਨ ਹੀ ਮੇਰੇ ਨਾਲ ਬੈਰ ਕੀਤਾ ਸੀ। ਮੋਸਨ ਬੰਦਿਓ ਕਿਸੋਂ ਉਚਾਰੇ। ਕਹਿਣ ਲੱਗੇ ਅਸਲ 'ਚ ਕਿਸੇ ਦੇ ਕਹਿਣ ਕਰਕੇ ਉਹਨਾਂ ਨੇ ਮੇਰੇ ਨਾਲ ਐਵੇਂ ਕਿਸੇ ਕਾਰਨ ਕਰਕੇ ਇਹ ਰਵੈਰ ਬਣਾ ਲਿਆ। ਇਹ ਜੇ ਰੰਕ ਸਿੱਖ ਤੁਮ ਟਿਗ ਆਵੈ। ਕਹਿੰਦਾ ਜਿਹੜੇ ਗਰੀਬ ਜੇ ਸਿੱਖ ਤੁਹਾਡੇ ਕੋਲ ਆਉਂਦੇ ਨੇ, ਕਛੂ ਬਾਤ ਤੇ ਕਛੂ ਬਣਾਵੈ। ਇਹ ਗੱਲ ਵਿਗਾੜ ਦਿੰਦੇ ਨੇ, ਇਹ ਕੁਛ ਦੀ ਗੱਲ ਹੋਰ ਕਰਦੇ ਨੇ। ਸਿੱਖਾਂ ਦੇ ਪ੍ਰਤੀ ਅਜੇ ਵੀ ਮਨ ਵਿੱਚ ਨਫ਼ਰਤ ਰੱਖੀ ਬੈਠਾ। ਕਿਵੇਂ ਹੁਣ ਪਾਪੀ ਚਿੱਠੀ ਵਿੱਚ ਵੱਲ ਛਲ ਵਰਤ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਲ ਫਿਰ ਲਾਗੀ ਭੇਜਦਾ ਹੈ, ਕਿਵੇਂ ਉਹਦਾ ਉੱਤਰ ਮਿਲਦਾ ਹੈ, ਤੇ ਕਿਵੇਂ ਇਹ ਸਤਿਗੁਰੂ ਪਾਤਸ਼ਾਹ ਦੇ ਖਿਲਾਫ ਹੋਰ ਸਾਜ਼ਿਸ਼ਾਂ ਘੜਦਾ ਹੈ। ਇਹ ਪ੍ਰਸੰਗ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਸਭ ਦੀ ਹਾਜ਼ਰੀ ਸੇਵਾ ਦਰ ਤੇ ਪ੍ਰਵਾਨ ਕਰਨ। ਸੰਗਤ ਜੀ ਬੇਨਤੀ ਹੈ, ਜਿੱਥੇ ਪਿਆਰ ਨਾਲ ਨੇਮ ਨਾਲ ਆਪ ਜੀ ਹਾਜ਼ਰੀਆਂ ਭਰਦੇ ਹੋ, ਆਉਣ ਵਾਲੀ 1 ਅਕਤੂਬਰ ਨੂੰ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਪੰਥ ਦੇ ਪ੍ਰਚਾਰ ਵਾਸਤੇ ਸਿੱਖ ਕੌਮ ਦੀਆਂ ਮਹਾਨ ਜਥੇਬੰਦੀਆਂ ਵਿੱਚੋਂ ਜਿਹੜੀ ਸ੍ਰੀ ਗੁਰੂ ਸਿੰਘ ਸਭਾ ਲਹਿਰ 150 ਸਾਲ ਪਹਿਲਾਂ ਆਰੰਭ ਕੀਤੀ ਸੀ,
1 ਅਕਤੂਬਰ ਨੂੰ 150 ਸਾਲਾ ਸ਼ਤਾਬਦੀ ਸਮਾਗਮ ਬੜੀ ਚੜ੍ਹਦੀ ਕਲਾ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋ ਰਹੇ ਨੇ। ਆਪ ਜੀ ਨੇ ਪਰਿਵਾਰਾਂ ਸਮੇਤ ਸੰਗਤਾਂ ਸਮੇਤ ਪਹੁੰਚ ਕਰਕੇ ਆਪਣੇ ਵਡੇਰਿਆਂ ਦਾ ਇਤਿਹਾਸ ਸਰਵਣ ਕਰਨਾ। ਜਿਵੇਂ ਅੱਜ ਦੇ ਸਮੇਂ ਵਿੱਚ ਧਰਮ ਪ੍ਰਚਾਰ 'ਚ ਗਿਰਾਵਟਾਂ ਆ ਰਹੀਆਂ ਨੇ, ਜਿਹੜੀਆਂ ਚੁਣੌਤੀਆਂ ਅੱਜ ਸਾਡੇ ਸਾਹਮਣੇ ਉਦੋਂ ਸੀ, ਉਦੋਂ ਕਿਵੇਂ ਸਾਡੇ ਬਜ਼ੁਰਗਾਂ ਨੇ ਹੀਲਾ ਵਰਤ ਕੇ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਕਿਵੇਂ ਸ੍ਰੀ ਗੁਰੂ ਸਿੰਘ ਸਭਾ ਲਹਿਰ ਨੂੰ ਤਿਆਰ ਕਰਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਹਮਲਾ ਮਾਰਿਆ। ਇਹ ਆਪਾਂ ਸਾਰਿਆਂ ਨੇ ਇਹ 150 ਸਾਲਾ ਸ਼ਤਾਬਦੀ 1 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਈ ਜਾ ਰਹੀ। ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਭੁੱਲ ਚੁੱਕ ਦੀ ਖਿਮਾ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪੈਰ ਅਕਾਰਨ ਪਿਤਾ ਤੁਮਾਰੇ, ਮੂਸਨ ਬਾਂਧਿਓ ਕਿਸੋਂ ਉਚਾਰੇ। ਏ ਜੇ ਰੰਗ ਸਿੱਖ ਤੁਮ ਢਿਗਿਆ ਮੈਂ, ਕਛੂ ਬਾਤ ਤੇ ਕਛੂ ਬਨਾਵੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।